ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਗੱਦਿਆਂ ਦੀ, ਵਤੀਰੇ ਦੀ ਤੇ ਸਿਸਟਮ ਦੀ। ਇਹਨਾਂ ਤਿੰਨਾਂ ਦਾ ਹਾਲ ਇੱਕੋ ਜਿਹਾ ਹੀ ਨਜ਼ਰ ਆਉਂਦਾ ਹੈ। ਨਾ ਤਾਂ ਹਸਪਤਾਲਾਂ ਦੇ ਵਿੱਚ ਗੱਦੇ ਵਧੀਆ ਨੇ, ਸਵਾਲ ਸਿਹਤ ਮੰਤਰੀ ਦੇ ਵਤੀਰੇ ਨੂੰ ਲੈ ਕੇ ਵੀ ਉੱਠ ਰਹੇ ਨੇ, ਤੇ ਸਿਸਟਮ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ। ਹੁਣ ਸਵਾਲ ਇਹ ਹੈ ਕਿ ਇੰਨੇ ਫਟੇ ਪੁਰਾਣੇ ਮਾੜੇ ਹਾਲਾਤ ਵਾਲੇ ਗੱਦਿਆਂ ਦੇ ਉੱਤੇ ਕੌਣ ਸੌਂਦਾ ਹੈ ਜਾਂ ਕਿਹੜਾ ਮਰੀਜ਼ ਲੇਟਦਾ ਹੈ। ਮਜਬੂਰ ਤਾਂ ਲੇਟਦੇ ਹੀ ਨੇ। ਸਵਾਲ ਤਾਂ ਇਹ ਵੀ ਹੈ ਕਿ ਆ ਗੁੱਸਾ ਜਿਹੜਾ ਮੰਤਰੀ ਸਾਹਿਬ ਨੇ ਦਿਖਾਇਆ ਗੱਦਿਆਂ ਦੀ ਹਾਲਤ ਨੂੰ ਸੁਧਾਰ ਸਕਦਾ ਹੈ ਜਾਂ ਸੁਧਾਰ ਦੇਵੇਗਾ ਜਾਂ ਸੁਧਾਰ ਦਿੱਤਾ, ਤੇ ਸਿਸਟਮ ਤੋਂ ਸਵਾਲ ਪੁੱਛਣ ਵਾਲੀ ਹਿੰਮਤ ਤਾਂ ਕਰ ਹੀ ਕੌਣ ਸਕਦਾ ਹੈ। ਇਹ ਤਾਂ ਸਰਕਾਰਾਂ ਬਦਲ ਜਾਣ, ਅਫਸਰ ਬਦਲ ਜਾਣ, ਪਰ ਇਹ ਸਿਸਟਮ ਨਹੀਂ ਬਦਲਦਾ। ਖੈਰ, ਪੂਰੇ ਮਾਮਲੇ ਨੂੰ ਠੰਡੇ ਦਿਮਾਗ ਨਾਲ ਸੋਚਿਆ ਜਾਵੇ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਗੱਦੇ ਜਿਹੜੇ ਗੰਦੇ ਨੇ ਉਹ ਲੋਕਾਂ ਨੂੰ ਤਾਂ ਪਰੇਸ਼ਾਨ ਕਰਦੇ ਨੇ, ਮਰੀਜ਼ਾਂ ਨੂੰ, ਤੇ ਆਵਾਜ਼ ਚੁੱਕਣੀ ਤਾਂ ਪੈਣੀ ਹੈ। ਪਰ ਹੁਣ ਤਰੀਕਾ ਕੀ ਹੋਵੇ ਆਵਾਜ਼ ਚੁੱਕਣ ਦਾ, ਤੇ ਕਿਸ ਦੇ ਸਾਹਮਣੇ ਆਵਾਜ਼ ਚੁੱਕੀ ਜਾਵੇ, ਇਹੀ ਸਵਾਲ ਹੈ। ਤੇ ਉਸ ਤੋਂ ਬਾਅਦ ਯਕੀਨੀ ਕੌਣ ਕਰੇ ਕਿ ਆਖਿਰ ਇਹ ਸਭ ਕੁਝ ਠੀਕ ਹੋ ਜਾਏਗਾ। ਅੱਜ ਗੱਲ ਇਸ ਮੁੱਦੇ ਦੀ ਹੀ, ਗੱਦਿਆਂ ਦੀ, ਤਰੀਕੇ ਦੀ, ਵਤੀਰੇ ਦੀ ਤੇ ਸਿਸਟਮ ਦੀ, ਕਿਉਂਕਿ ਹਾਲ ਤਾਂ ਸਭ ਦਾ ਇੱਕੋ ਜਿਹਾ ਹੀ ਲੱਗ ਰਿਹਾ ਹੈ। ਆਮ ਤੌਰ ਤੇ ਅਸੀਂ ਪ੍ਰਾਈਮ ਟਾਈਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਰਿਪੋਰਟ ਦੇ ਜ਼ਰੀਏ, ਪੂਰਾ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਅੱਜ ਵਾਲਾ ਮਾਮਲਾ ਤੁਸੀਂ ਬਾਖੂਬੀ ਸਮਝਿਆ ਹੈ ਔਰ ਦੇਖਿਆ ਹੈ ਤਸਵੀਰਾਂ ਦੇ ਜ਼ਰੀਏ। ਜੋ ਡਾਕਟਰ ਰਾਜ ਬਹਾਦਰ ਨਾਲ ਹੋਇਆ, ਉਹਨਾਂ ਦਾ ਅਸਤੀਫਾ ਆਇਆ, ਸੀਐਮ ਤੱਕ ਗੱਲ ਪਹੁੰਚ ਗਈ। ਇਸ ਕਰਕੇ ਅੱਜ ਅਸੀਂ ਦੋ ਤਸਵੀਰਾਂ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ। ਇਹ ਤਸਵੀਰਾਂ ਇਸ ਕਰਕੇ ਵੀ ਜ਼ਰੂਰੀ ਨੇ ਦੇਖਣੀਆਂ ਕਿਉਂਕਿ ਵਿਵਾਦ ਹੋਇਆ, ਤੇ ਵਿਵਾਦ ਦਾ ਜਿੱਥੇ ਅਸਰ ਹੋਣਾ ਚਾਹੀਦਾ ਸੀ ਹੋਇਆ ਕਿ ਨਹੀਂ ਹੋਇਆ। ਤਾਂ ਵਿਵਾਦ ਦੇ ਸਮੇਂ ਕੀ ਤਸਵੀਰਾਂ ਸੀ ਤੇ ਵਿਵਾਦ ਤੋਂ ਬਾਅਦ ਕੀ ਤਸਵੀਰਾਂ ਨੇ, 24 ਘੰਟਿਆਂ ਬਾਅਦ ਕੀ ਤਸਵੀਰਾਂ ਨੇ, ਉਹ ਇਹ ਦੋ ਤਸਵੀਰਾਂ ਦੇ ਜ਼ਰੀਏ ਤੁਸੀਂ ਸਮਝ ਸਕਦੇ ਹੋ ਵਿਵਾਦ ਦੇ ਵਿੱਚ ਕੀ ਕੁਝ ਹੋਇਆ। ਤੁਸੀਂ ਪੂਰਾ ਦਿਨ ਦੇਖਿਆ। ਦਰਅਸਲ ਡਾਕਟਰ ਰਾਜ ਬਹਾਦਰ ਜਦੋਂ ਉੱਥੇ ਮੰਤਰੀ ਸਾਹਿਬ ਨਾਲ ਘੁੰਮ ਰਹੇ ਸੀ ਫਰੀਦਕੋਟ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ, ਤਾਂ ਉੱਥੇ ਗੱਦਿਆਂ ਦੀ ਹਾਲਤ ਬਹੁਤ ਬੁਰੀ ਸੀ। ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਗੱਦੇ ਠੀਕ ਹੋਣੇ ਚਾਹੀਦੇ ਨੇ। ਕੌਣ ਕਰੇਗਾ, ਇੱਕ ਵੱਡਾ ਸਵਾਲ ਹੈ। ਤੇ ਉਸ ਤੋਂ 24 ਘੰਟੇ ਬਾਅਦ, ਕਿਉਂਕਿ ਜੇ ਮੰਤਰੀ ਸਾਹਿਬ ਉੱਥੇ ਪਹੁੰਚੇ, ਇੰਨਾ ਵਿਵਾਦ ਹੋ ਗਿਆ, ਉੱਥੇ ਵੀਸੀ ਸਾਹਿਬ ਨੂੰ ਲੇਟਣਾ ਪੈ ਗਿਆ। ਉਸ ਵਿਵਾਦ ਤੋਂ ਬਾਅਦ ਵੀਸੀ ਸਾਹਿਬ ਨੇ ਅਸਤੀਫਾ ਦੇ ਦਿੱਤਾ। ਪਰ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ 24 ਘੰਟਿਆਂ ਬਾਅਦ ਹਾਲਾਤ ਕੀ ਨੇ। 24 ਘੰਟਿਆਂ ਬਾਅਦ ਤੁਹਾਡੀ ਸਕਰੀਨ ਦੇ ਸੱਜੇ ਵਾਲੇ ਪਾਸੇ ਜੋ ਤਸਵੀਰਾਂ ਦਿਖ ਰਹੀਆਂ ਨੇ, ਯਾਨੀ ਹਾਲਾਤ ਨਹੀਂ ਬਦਲੇ, ਹਾਲਾਤ ਉਵੇਂ ਦੇ ਹੀ ਮੌਜੂਦਾ ਸਮੇਂ 24 ਘੰਟਿਆਂ ਬਾਅਦ ਵੀ ਨਜ਼ਰ ਆਏ। ਉੱਥੇ ਜਾਇਜ਼ਾ ਲਿਆ ਸਾਡੇ ਸਹਿਯੋਗੀ ਨੇ, ਨਰੇਸ਼ ਸੇਠੀ ਨੇ। ਤੁਹਾਨੂੰ ਦਿਖਾਣੇ ਆ ਰਿਪੋਰਟ, ਉਸ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਅੱਜ ਚਰਚਾ ਕਰਾਂਗੇ। ਮੰਤਰੀ ਚੇਤਨ ਸਿੰਘ ਜੋੜਾ ਵੱਲੋਂ ਕੱਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪੀਟਲ ਦਾ ਦੌਰਾ ਕੀਤਾ ਗਿਆ। ਭਾਵੇਂ ਉਹ ਕਿ ਸੂਬੇ ਦੇ ਹਰ ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਉੱਥੋਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਨੇ। ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ, ਹਸਪਤਾਲਾਂ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਾਰੇ ਦੀ ਜਾਣਕਾਰੀ ਲੈ ਰਹੇ। ਉਸੇ ਲੜੀ ਤਹਿਤ ਕੱਲ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪੀਟਲ ਆਏ ਸੀ। ਤਸਵੀਰਾਂ ਸੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਇਸ ਕਮਰੇ ਵਿੱਚ ਜਿਹੜਾ ਉਸ ਮੰਤਰੀ ਜੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਇਸ ਕਮਰੇ ਦੀ ਵਿਜ਼ਿਟ ਕੀਤੀ ਗਈ ਸੀਗੀ, ਔਰ ਇਸ ਵਿਜ਼ਿਟ ਦੇ ਦੌਰਾਨ ਉਹਨਾਂ ਵੱਲੋਂ ਦੇਖਿਆ ਗਿਆ ਸੀ ਕਿ ਇੱਥੇ ਜਿਹੜੇ ਗੱਦਿਆਂ ਦੀ ਮੈਟਰਸ ਦੀ ਹਾਲਤ ਹੈ ਜਿਹੜੀ ਕਾਫੀ ਤਰਸਯੋਗ ਸੀਗੀ। ਉਹੀ ਗੱਦਾ, ਠੀਕ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹੀ ਗੱਦਾ, ਖਸਤਾ ਹਾਲਤ ਗੱਦਾ ਜਿਹੜਾ ਕਿ ਇਸ ਵਾਰਡ ਦੇ ਵਿੱਚ ਵਿਛਾਇਆ ਗਿਆ। ਹਾਲਾਂਕਿ ਇਹਨਾਂ ਦੇ ਉੱਪਰ ਬੈੱਡਸ਼ੀਟਾਂ ਜ਼ਰੂਰ ਸਾਫ਼ ਜਿਹੜੀਆਂ ਵਿਛਾਈਆਂ ਗਈਆਂ ਨੇ, ਔਰ ਪਰ ਜੇ ਇਹਨਾਂ ਨੇ ਬੈੱਡਸ਼ੀਟਾਂ ਦੇ ਚੱਕ ਕੇ ਥੱਲੇ ਗੱਦਿਆਂ ਦੀ ਹਾਲਤ ਵੇਖੀ ਤੇ ਗੱਦਿਆਂ ਦੀ ਹਾਲਤ ਹੈ ਜਿਹੜੀ ਕਾਫੀ ਤਰਸਯੋਗ ਹੈ। ਚਮੜੀ ਵਿਭਾਗ ਹੈ ਇੱਥੇ, ਜਿਹੜਾ ਚਮੜੀ ਵਿਭਾਗ ਦੇ ਨਾਲ ਨਾਲ ਜਿਹੜੇ ਕੈਦੀ ਨੇ, ਕੈਦੀਆਂ ਦਾ ਵੀ ਇਲਾਜ ਜਿਹੜਾ ਇੱਥੇ ਹੁੰਦਾ। ਬਾਈ ਜੇ ਕਹੀਏ ਤਾਂ ਬਾਈ ਵਧੀਆ ਹਾਲਤ ਨਹੀਂ, ਚਾਦਰਾਂ ਜ਼ਰੂਰ ਇੱਥੇ ਨਵੀਆਂ ਵਿਛਾਈਆਂ ਗਈਆਂ ਨੇ। ਗੱਦਿਆਂ ਦੀ ਹਾਲਤ ਤੇ ਕਾਫੀ ਕੱਲ ਮੰਤਰੀ ਸਾਹਿਬ ਭੜਕੇ ਸੀ। ਗੱਦੇ ਕਿਸ ਤਰ੍ਹਾਂ ਇੱਥੇ? ਆਹ ਦੇਖ ਲਓ, ਇਹ ਗੱਦੇ ਤੁਹਾਡੇ ਕੋਲ ਹੀ ਆ। ਉਹਦੇ ਸਹੂਲਤਾਂ ਦੀ ਗੱਲ ਕਰੀਏ ਤਾਂ ਕਿੰਨੀਆਂ ਕੁ ਸਹੂਲਤਾਂ ਇੱਥੇ ਮਿਲਦੀਆਂ, ਕਿਉਂਕਿ ਮਰੀਜ਼ਾਂ ਨੂੰ ਕੋਈ ਦੱਸ ਰਹੇ ਕਿ ਕਾਫੀ ਪਰੇਸ਼ਾਨੀਆਂ ਜਿਹੜੀਆਂ ਇੱਥੇ ਹਸਪਤਾਲ 'ਚ ਆਉਂਦੀਆਂ। ਤੁਸੀਂ ਦੇਖ ਹੀ ਲਈਆਂ ਜੀ ਕਿੰਨੀਆਂ ਪਰੇਸ਼ਾਨੀਆਂ ਬਈ। ਕੋਈ ਗੱਦਿਆਂ ਦਾ ਹਾਲ ਦੇਖ ਲਓ। ਮੰਤਰੀ ਜੀ ਨੇ ਕੱਲ ਸਹੀ ਕਿਹਾ, ਸਹੀ ਕਰਿਆ ਉਹਨਾਂ ਨੇ ਜੋ ਕਰਿਆ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18। ਤਾਂ ਚਰਚਾ ਇਸ ਦੇ ਉੱਤੇ ਕਰਾਂਗੇ ਕਿ ਇਸ ਪੂਰੇ ਮੁੱਦੇ ਉੱਤੇ ਸਵਾਲ ਬਹੁਤ ਸਿੱਧਾ ਹੈ। ਜੋ ਕੁਝ ਹੋਇਆ ਸਭ ਨੂੰ ਪਤਾ ਹੈ, ਪਰ ਹੁਣ ਸਵਾਲ ਇਹ ਹੈ ਕਿ ਇਸ ਗੁੱਸੇ ਦੇ ਨਾਲ, ਝਾੜ ਦੇ ਨਾਲ, ਕਿ ਗੱਦਿਆਂ ਦੀ ਸਥਿਤੀ ਬਦਲ ਗਈ। ਇਹ ਗੱਲ ਵੀ ਸਿਰਫ ਗੱਦਿਆਂ ਤੱਕ ਸੀਮਿਤ ਨਹੀਂ ਹੈ। ਇਹ ਗੱਲ ਉੱਥੇ ਜਿਹੜੇ ਬਾਥਰੂਮਸ ਨੇ ਉਹਨਾਂ ਤੱਕ ਹੈ, ਵਾਸ਼ਰੂਮਸ ਤੱਕ ਹੈ। ਇਹ ਗੱਲ ਉੱਥੇ ਚੱਲਣ ਵਾਲੇ ਪੱਖਿਆਂ ਦੇ ਲਈ ਹੈ, ਉੱਥੇ ਦੀਆਂ ਦੀਵਾਰਾਂ ਦੇ ਲਈ ਹੈ, ਸਿਹਤ ਉਪਕਰਨਾਂ ਦੇ ਲਈ ਹੈ। ਹਰ ਚੀਜ਼ ਦੇ ਉੱਤੇ ਇੰਪਲੀਮੈਂਟ ਹੁੰਦਾ ਹੈ।
ਜਿਹੜੇ ਵੱਡੇ ਵੱਡੇ ਦਾਅਵੇ ਨੇ ਉਹਨਾਂ ਦੇ ਉੱਤੇ ਵੀ ਹੈ। ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡਾ ਤਾਰਫ ਕਰਵਾਉਣਾ ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨੇ, ਸਰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਮਨੋਰੰਜਨ ਕਾਲੀਆ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਸਾਬਕਾ ਸਿਹਤ ਮੰਤਰੀ ਨੇ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ। ਸਾਡੇ ਨਾਲ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਜਗਤਾਰ ਸਿੰਘ ਸੰਘੇੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ। ਸੰਘੇੜਾ ਸਾਹਿਬ ਸਵਾਗਤ ਹੈ। ਅਰਸ਼ਪ੍ਰੀਤ ਖੜਿਆਲ ਜੀ ਸਾਡੇ ਨਾਲ ਜੁੜ ਰਹੇ ਨੇ, ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਡਾਕਟਰ ਆਰ.ਐਸ. ਬੇਦੀ ਜੁੜ ਰਹੇ ਨੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਰਿਪਰੈਜ਼ੈਂਟ ਕਰਨਗੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ, ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਕਿ 24 ਘੰਟਿਆਂ ਬਾਅਦ ਬਦਲਿਆ ਕੀ। ਜਦੋਂ ਬਹਿਸ ਹੋਈ, ਵਿਵਾਦ ਹੋਇਆ, ਤਾਂ ਉਸ ਤੋਂ ਬਾਅਦ ਬਦਲਿਆ ਕੀ, ਉਸ ਤੋਂ ਹੀ ਸ਼ੁਰੂਆਤ ਕਰਾਂਗਾ। ਇਸ ਕਰਕੇ ਆਮ ਆਦਮੀ ਪਾਰਟੀ ਤੋਂ ਹੀ। ਸੰਘੇੜਾ ਸਾਹਿਬ, ਵਿਵਾਦ ਹੋਇਆ, ਸੀਐਮ ਕਹਿੰਦੇ ਨੇ ਤਲਖੀਆਂ ਹੋ ਜਾਂਦੀਆਂ ਨੇ, ਸਮਝ ਆਉਂਦਾ ਹੈ, ਪਰ ਇਸ ਦੇ ਨਾਲ ਹਾਸਲ ਕੀ ਹੋਇਆ? ਇਸ ਦੇ ਨਾਲ ਜਿਹੜਾ ਇਹ ਪੂਰਾ ਵਿਵਾਦ ਜਾਂ ਗੁੱਸਾ ਸੀ ਮੰਤਰੀ ਸਾਹਿਬ ਦਾ, ਗੱਦੇ ਤਾਂ ਬਦਲ ਨਹੀਂ ਨਾ ਸਕਿਆ, ਗੱਦੇ ਤਾਂ ਉਵੇਂ ਦੇ ਉਵੇਂ ਨੇ 24 ਘੰਟਿਆਂ ਬਾਅਦ ਵੀ। ਗੌਰਵ ਸ਼ੁਕਲਾ ਜੀ, ਦੇਖੋ ਗੱਲ ਕੱਲੀ ਗੱਦਿਆਂ ਦੀ ਨਹੀਂ ਹੈਗੀ, ਗੱਲ ਸਾਰੇ ਸਿਸਟਮ ਦੀ ਹੈ। ਸਰਕਾਰੀ ਸਿਹਤ ਸਿਸਟਮ ਜਿਹੜਾ ਆ ਇਹ ਹੌਲੀ ਹੌਲੀ ਕਿਸ ਕਗਾਰ ਤੇ ਆ ਗਿਆ, ਤੇ ਇਹਦੇ ਲਈ ਜ਼ਿੰਮੇਵਾਰ ਕੌਣ ਨੇ? ਕਿਹੜੀ ਪਾਰਟੀ ਜ਼ਿੰਮੇਵਾਰ ਆ, ਕਿਹੜੀਆਂ ਪਾਰਟੀਆਂ ਜ਼ਿੰਮੇਵਾਰ ਆ? ਕਾਂਗਰਸ ਦੇ ਨੁਮਾਇੰਦੇ ਵੀ ਇੱਥੇ ਬੈਠੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵੀ ਇੱਥੇ ਬੈਠੇ ਨੇ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਵੀ ਕਾਲੀਆ ਸਾਹਿਬ ਬੈਠੇ ਨੇ, ਜਿਹੜੇ ਭਾਈਵਾਲ ਰਹੇ ਆ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾਲ। ਹੌਲੀ ਹੌਲੀ ਕਰਕੇ ਸਿਹਤ ਸਹੂਲਤਾਂ ਦਾ ਇੰਨਾ ਮਾੜਾ ਹਾਲ ਹੋ ਗਿਆ। ਪਰ ਤੁਹਾਨੂੰ ਇਹ ਜ਼ਰੂਰ ਨਾਲ ਦੇਖਣਾ ਚਾਹੀਦਾ ਵੀ ਸਾਡੇ ਸਿਹਤ ਮੰਤਰੀ, ਪੰਜਾਬ ਸਰਕਾਰ ਦੇ ਸਿਹਤ ਮੰਤਰੀ ਖੁਦ ਜਾ ਕੇ, ਇਹ ਪਹਿਲੀ ਵਾਰੀ ਹੋਇਆ, ਖੁਦ ਜਾ ਕੇ ਪਿਛਲੇ 1 ਮਹੀਨੇ ਤੋਂ ਹਰ ਜਗ੍ਹਾ ਤੇ ਆਪ ਸਥਿਤੀ ਦੇਖ ਰਹੇ ਆ, ਆਪ ਮੁਸ਼ਕਲਾਂ ਦੇਖ ਰਹੇ ਆ, ਉਹਨਾਂ ਦੇ ਸੁਝਾਅ ਲੈ ਰਹੇ ਆ, ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਕਰਕੇ ਕੰਮਕਾਜ ਦੇ ਦੌਰਾਨ ਕਈ ਵਾਰੀ ਨਹੀਂ, ਤੁਸੀਂ ਜ਼ਿੰਮੇਵਾਰੀ ਦਾ ਜ਼ਿਕਰ ਕਰ ਰਹੇ ਹੋ ਸੰਘੇੜਾ ਸਾਹਿਬ, ਜ਼ਿੰਮੇਵਾਰੀ ਕਿਸ ਦੀ ਹੈ? ਤੁਸੀਂ ਅਕਾਲੀ ਦਲ, ਬੀਜੇਪੀ, ਕਾਂਗਰਸ ਸਭ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ। ਤੁਹਾਨੂੰ ਵੀਸੀ ਦੀ ਜ਼ਿੰਮੇਵਾਰੀ ਲੱਗਦੀ ਹੈ ਕਿ ਵੀਸੀ ਸਾਹਿਬ ਦੀ ਜ਼ਿੰਮੇਵਾਰੀ ਸੀ, ਇਸ ਕਰਕੇ ਸਭ ਕੁਝ ਹੋ ਗਿਆ? ਮੇਰੀ ਗੱਲ ਸੁਣੋ, ਉਸ ਵੇਲੇ ਜਦੋਂ ਆਪਾਂ ਸਾਰਾ ਕੰਮ ਕਰਦੇ ਆ ਨਾ, ਉਸ ਵੇਲੇ ਆਪਾਂ ਇੱਕ ਬੰਦੇ ਨੂੰ ਤਾਂ ਨਹੀਂ ਕਹਿ ਸਕਦੇ ਵੀ ਤੇਰੇ ਕਰਕੇ ਹੀ ਸਾਰਾ ਕੁਝ ਹੋ ਗਿਆ। ਸਾਰਾ ਸਿਸਟਮ ਹੀ ਕਿਉਂਕਿ ਖਰਾਬ ਹੋਇਆ। ਅਸੀਂ ਇਹਨੂੰ ਸਮਝ ਕੇ ਇਹਨੂੰ ਓਵਰਆਲ ਸਾਰੇ ਸਿਸਟਮ ਨੂੰ ਓਵਰਹਾਲ ਕਰਨਾ ਆ। ਸਾਡੀ ਡਾਕਟਰ ਰਾਜ ਬਹਾਦਰ ਸਾਹਿਬ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਆ। ਮੇਰੇ ਮਿੱਤਰ ਦੋਸਤ ਡਾਕਟਰ ਹੈਗੇ ਨੇ, ਮੇਰੀ ਵਾਈਫ ਖੁਦ ਪ੍ਰੋਫੈਸਰ ਐਟ ਮੈਡੀਕਲ ਕਾਲਜ ਸਟੂਡੈਂਟਸ ਨੂੰ ਪੜ੍ਹਾਉਂਦੀ ਹੈ, ਮੇਰੀ ਬੇਟੀ ਡਾਕਟਰ ਹੈ। ਸੋ ਡਾਕਟਰ ਨੂੰ ਅਸੀਂ ਸਾਰੇ ਆਮ ਆਦਮੀ ਪਾਰਟੀ ਵਾਲੇ ਵੀ, ਈਵਨ ਆਮ ਆਦਮੀ ਪਾਰਟੀ 'ਚ ਸਾਡੇ ਬਹੁਤ ਡਾਕਟਰ ਨੇ। ਸੋ ਇਦਾਂ ਕੋਈ ਡਾਕਟਰ ਰਾਜ ਬਹਾਦਰ ਜੀ ਨਾਲ ਸਾਡਾ ਕੋਈ ਨਿੱਜੀ ਨਹੀਂ ਹੈ। ਉਹ ਤਾਂ ਕੰਮਕਾਜ ਦੌਰਾਨ, ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਵੀ ਕੰਮਕਾਜ 'ਚ ਕਈ ਵਾਰੀ ਤਕਰਾਰ ਵੀ ਹੋ ਜਾਂਦਾ ਆ, ਇਹਨੂੰ ਬੈਟਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਪਰ ਮੁੱਖ ਸਵਾਲ ਤੇ ਮੁੱਖ ਮਸਲਾ ਉਹੋ ਹੀ ਆ ਵੀ ਸਿਹਤ ਸਹੂਲਤਾਂ ਦਾ ਇੰਨੇ ਸਾਲਾਂ ਦੇ ਵਿੱਚ ਇੰਨਾ ਮਾੜਾ ਹਾਲ ਕਿੱਦਾਂ ਹੋਇਆ ਔਰ ਇਹਨੂੰ ਕਿੱਦਾਂ ਠੀਕ ਕਰਨਾ ਹੈ, ਜਿਹਦੇ ਵਾਸਤੇ ਆਮ ਆਦਮੀ ਪਾਰਟੀ ਵਚਨਬੱਧ ਹੈ। ਨਹੀਂ ਸਰ, ਗੱਲ ਉਹੀ ਹੈ ਨਾ ਕਿ ਫਿਰ ਰਾਜ ਬਹਾਦਰ, ਡਾਕਟਰ ਰਾਜ ਬਹਾਦਰ ਦੀ ਗਲਤੀ ਸੀ ਉੱਥੇ, ਤੁਸੀਂ ਇਹ ਕਹਿ ਰਹੇ ਹੋ? ਜਾਂ ਮੈਂ ਕਹਿੰਦਾ ਫਰੀਦਕੋਟ ਐਡਮਿਨਿਸਟ੍ਰੇਸ਼ਨ ਦੀ ਤੁਹਾਨੂੰ ਗਲਤੀ ਨਜ਼ਰ ਆਉਂਦੀ? ਮੈਂ ਸਿੰਗਲ ਆਊਟ ਨਹੀਂ ਕਰਨਾ, ਮੈਂ ਇਸ ਕਰਕੇ ਕਹਿੰਦਾ ਕਿ ਚਲੋ ਠੀਕ ਹੈ, ਮੈਂ ਡਾਕਟਰ ਰਾਜ ਬਹਾਦਰ ਦਾ ਨਾਮ ਨਹੀਂ ਲੈਂਦਾ। ਤੁਹਾਨੂੰ ਲੱਗਦਾ ਕਿ ਐਡਮਿਨਿਸਟ੍ਰੇਸ਼ਨ ਦੀ ਉੱਥੇ ਗਲਤੀ ਸੀ? ਉਹ ਕਹਿੰਦਾ ਇੱਕ ਪੈਨਸਲ ਖਰੀਦੀ ਨਹੀਂ ਹੋਵੇ ਨਾ, ਜਿਹੜਾ ਪੈਨ ਮੇਰੇ ਹੱਥ ਦੇ ਵਿੱਚ ਹੈ, ਡਾਕਟਰ ਰਾਜ ਬਹਾਦਰ ਦੀ ਸਟੇਟਮੈਂਟ ਹੈ ਸੰਘੇੜਾ ਸਾਹਿਬ, ਕਿ ਜੇ ਪੈਨ ਖਰੀਦਣਾ ਹੋਵੇ ਨਾ, ਪੈਨਸਲ, ਤਾਂ ਫਿਰ ਸਾਰੇ ਪ੍ਰੋਸੀਜਰ ਦੇ ਵਿੱਚੋਂ ਲੰਘਦੇ 9 ਮਹੀਨੇ ਬੀਤ ਜਾਂਦੇ ਨੇ। 4 ਮਹੀਨੇ ਹੋਏ ਨੇ ਸਰ ਤੁਹਾਡੀ ਸਰਕਾਰ ਨੂੰ। ਨਹੀਂ ਚਲੋ, ਸਵਾਲ ਚੁੱਕਣੇ ਤੁਹਾਨੂੰ ਲੱਗਦਾ ਕਿ ਜਾਇਜ਼ ਨੇ? ਨਹੀਂ, ਕਿ ਤਾਂ ਬਦਲਣ ਦੀ ਜ਼ਰੂਰਤ ਹੈ ਨਾ, ਵਿਵਾਦ ਹੋਣ ਦੀ ਤਾਂ ਨਹੀਂ ਹੈ। ਨਹੀਂ, ਮੈਂ ਤਾਂ ਪਹਿਲਾਂ ਹੀ ਉਹ ਕਿਹਾ ਹੈ ਕਿ ਸਿਸਟਮ ਨੂੰ ਅਸੀਂ ਕਰੈਕਟ ਕਰਨਾ ਆ। ਅਸੀਂ ਸਿਹਤ ਸਹੂਲਤਾਂ, ਸਿੱਖਿਆ ਦੀਆਂ ਸਹੂਲਤਾਂ, ਐਜੂਕੇਸ਼ਨ ਤੇ ਸਿਹਤ ਤਾਂ ਸਾਡੀ ਪ੍ਰਾਇੋਰਟੀ ਹੈ, ਸਾਡਾ ਮੁੱਖ ਮਕਸਦ ਅਸੀਂ ਸਿਸਟਮ ਨੂੰ ਠੀਕ ਕਰਨਾ ਆ। ਉਹ ਵੱਖਰੀ ਗੱਲ ਹੈ। ਦੇਖੋ, ਇੱਕ ਓਨੈਸਟ ਮੰਤਰੀ ਨੇ, ਹਾਂਜੀ, ਉਹ ਥਾਂ ਜਾ ਕੇ ਦੇਖ ਰਹੇ ਨੇ, ਉਹਨਾਂ ਦੇ ਮਨ ਤੇ ਵੀ ਅਸਰ ਹੋਇਆ। ਮੈਂ ਕੋਈ ਉਸ ਗੱਲ ਨੂੰ ਜਾਇਜ਼ ਥੋੜੀ ਠਹਿਰਾਉਣਾ ਆ। ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਹੀ ਕਹਿਤਾ ਕਿ ਇਹਨੂੰ ਬੈਟਰ ਤਰੀਕੇ ਨਾਲ ਵੀ ਨਜਿੱਠਿਆ ਜਾ ਸਕਦਾ ਸੀ, ਤਾਂ ਹੋਰ ਉਹਦੇ 'ਚ ਮੇਰੇ ਕੋਈ ਅਲਫਾਜ਼ ਬੋਲਣ ਦੀ ਲੋੜ ਨਹੀਂ ਹੈ। ਪਰ ਸਾਡੇ ਸਿਹਤ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਨੇ, ਥਾਂ ਜਾ ਰਹੇ ਨੇ, ਦਿਨ ਰਾਤ ਇੱਕ ਕਰ ਰਹੇ ਨੇ। ਜਾਂ ਸਾਰੇ ਘੁਟਾਲੇ ਹੀ ਕਰਦੇ ਰਹੇ ਆ ਪਹਿਲੇ ਜਿਹੜੇ ਮੰਤਰੀ ਰਹੇ ਆ, ਜਾਂ ਦੱਸੋ ਇਹਨਾਂ 'ਚੋਂ ਫੀਲਡ 'ਚ ਕੋਈ ਮੁੱਖ ਮੰਤਰੀ ਆਪ ਗਿਆ ਹੋਵੇ ਕਿਤੇ, ਜਾਂ ਸਿਹਤ ਮੰਤਰੀ ਆਪ ਗਿਆ ਹੋਵੇ। ਮਤਲਬ ਇਸ ਤਰ੍ਹਾਂ ਦਾ ਕੰਮ ਜਿਸ ਤਰ੍ਹਾਂ ਦਾ ਉਹਨਾਂ ਨੇ ਮਿਹਨਤ ਕੀਤਾ, ਸਿਹਤ ਮੰਤਰਾਲਾ ਸੰਭਾਲਣ ਵਾਲੇ ਵੀ ਸਾਡੇ ਨਾਲ ਬੈਠੇ ਨੇ। ਮੈਂ ਉਹਨਾਂ ਦਾ ਰੁਖ ਕਰਦਾ। ਮਨੋਰੰਜਨ ਕਾਲੀਆ ਜੀ ਸਾਡੇ ਨਾਲ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਸਾਬਕਾ ਮੰਤਰੀ ਨੇ। ਕਾਲੀਆ ਸਾਹਿਬ, ਦੇਖੋ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਮੰਤਰੀ ਪਹਿਲਾਂ ਨਹੀਂ ਜਾਂਦੇ ਸੀ ਕਿਸੇ ਹਸਪਤਾਲ ਦੇ ਵਿੱਚ, ਕਿਸੇ ਥਾਂ ਦੇ ਉੱਤੇ ਨਹੀਂ ਜਾਂਦੇ ਸੀ, ਔਰ ਸਿੱਧੇ ਤੌਰ ਦੇ ਉੱਤੇ ਉਹ ਕਹਿ ਰਹੇ ਨੇ ਕਿ ਜਿਹੜੀਆਂ ਸਾਬਕਾ ਸਰਕਾਰਾਂ ਨੇ, ਤੁਸੀਂ ਵੀ 10 ਸਾਲ ਸੱਤਾ ਦੇ ਵਿੱਚ ਰਹੇ ਹੋ, ਕਿ ਤੁਸੀਂ ਜ਼ਿੰਮੇਵਾਰ ਹੋ ਜੇ ਗੱਦੇ ਖਰਾਬ ਨੇ, ਜੇ ਵਿਵਾਦ ਵੀ ਹੋਇਆ, ਉਸਦੇ ਪਿੱਛੇ ਕਿਤੇ ਨਾ ਕਿਤੇ ਵਜ੍ਹਾ ਹੈ ਕਿ ਪੂਰਾ ਸਿਸਟਮ ਪੁਰਾਣੇ ਸਮੇਂ ਦੇ ਵਿੱਚ ਅਜਿਹਾ ਰਿਹਾ ਕਿ ਲੋਕਾਂ ਤੱਕ ਸਹੂਲਤਾਂ ਪਹੁੰਚ ਹੀ ਨਹੀਂ ਸਕੀਆਂ।
शुक्ला जी गल ये है कि जित तक ताल्लुक अज का इशू है, अज का इशू हैगा बदतमीजी का, बदकलामी का, कि एक डॉक्टर राज बहादुर वर्ल्ड नोन रिनाउंड सर्जन है स्पाइनल सर्जरी दे, और तुसी ये देखो कि वो मैंबर है अपने नेशनल मेडिकल कमीशन दे, ठीक है। और जड़ा अज रीजनल सेंटर हैगा फॉर स्पाइनल सर्जरी, सो ओदे प्रोजेक्ट डायरेक्टर है एक जड़ा अज जी वाइस चांसलरशिप है ना जी बाबा फरीद यूनिवर्सिटी दी, उन्हां दे इस पद दे उत्ते ग्रहण करना सुशोभित हुंदी है। और उस व्यक्ति नूं बदकलामी करना एक हेल्थ मिनिस्टर दा जिन्नी निंदा की जाए उन्नी थोड़ी है। सवाल यह हैगा फिर यह हैगा कि जिहड़ा वाइस चांसलर का ताल्लुक हुंदा ओह हुंदा स्टूडेंट्स नाल, मेडिकल एजुकेशन नाल, एकेडैमिक्स नाल। जित तक सवाल सिविल हस्पताल का ओहदा इंचार्ज हुंदा मेडिकल सुपरडेंट। ये गल जानकारी होनी चाहिए है। और मेडिकल सुपरडेंट हुंदा ओहदा रख रखाव दा हुंदा। फिर यह हैगा कि जे तुसीं गद्दियां दी गल करदे हो तो मैं पूछना चाहना कि आज तुसीं 4 महीनों क्या कोई पैसा दिता आम आदमी पार्टी ने गद्दे नवे लियाउण लई? ते जे नहीं दिता तो फिर अज पुछण दा कि जिहड़ा हैगा बंदा हक बनदा हेल्थ मिनिस्टर नूं। और सवाल यह हैगा कि आपां जिहड़ा है ना जी क्रूसीफाई करदे गलत बंदे नूं। वाइस चांसलर दा मेडिकल जिहड़ा है ना सिविल हस्पताल दा या जिहड़ा हॉस्पिटल दा जिहड़ा ना ओहदा गुरु गोबिंद सिंह हॉस्पिटल नाल ताल्लुक वास्ता नहीं हुंदा। कॉन्स्टिट्यूट हैगा कि भी यूनिवर्सिटी दा, लेकिन ओहदा काम वाइस चांसलर दा पढ़ाई दा स्टूडेंट्स दे नाल हैगा। जित तक सवाल है कि बदकलामी की हुण सवाल है गद्दियां दा तां हैगा कि जे सवाल यह हैगा कि भी इन्होंने पैसे दिते होण। हुण जित तक सवाल यह है कि कहंदे जी साडे तो पहला कदी सवेरा ही नहीं होया, जदों असीं जम्मे उदों ही सब कुछ होया आम आदमी पार्टी दे। तुहानूं मैं याद कराना चाहना संघेड़ा साहब रिकॉर्ड खोल लेना कि जिहड़ा 150 हॉस्पिटल पंजाब दे पंजाब सिस्टम हैल्थ कारपोरेशन राहीं जिहड़ा हैगा 421 करोड़ नाल जिहड़ा हैगा रीजूविनेट कीते सीगे मेरे वेले। तो इसलिए आपां ये कहना कि भी हाँ ਉਹਦੇ बाद जिहड़ा जो निगार आया ਉਹਦੇ बाद जिहड़े सरकारां ने पैसा नहीं लगाया उस जिम्मेवारी बनती है। लेकिन आपां ये कहिए कि पहला कोई काम ही नहीं होया, सरासर गलत है। थोड़ा जिहा आपां पढ़ के आया करन फिर ये गल करन। सवाल हैगा फिर ये हैगा कि भी जित तक सवाल मिनिस्टर दा एक प्रोटोकॉल है। मिनिस्टर जांदा है ਉਹਦੇ ਨਾਲ प्रिंसीपल सैकटरी हुंदा या स्पेशल सैकटरी होएगा या डायरैक्टर होगा जो छापा मारना है। उन्हें काम लेना है, करना नहीं हुंदा। ਉਹਦਾ काम प्रिंसीपल सैकटरी ਦਾ। ਤੁਸੀਂ ਕੋਈ ਉਨਤਾਈ ਦੇਖਦੇ ਹੋ प्रिंसीपल सैकटरी ਨੂੰ ਆਰਡਰ ਕਰੋ, ਹੀ ਵਿਲ ਟੇਕ ਐਕਸ਼ਨ। कोई सैकटरी नाल ਤੁਹਾਡੇ ਉਹ एक्शन लेगा। लेकिन जे मिनिस्टर कहे कि जी क्या ये डॉक्टर राज बहादुर ਨੂੰ वाइस चांसलर ਨੂੰ ਗੱਦੇ ਤੇ ਲਟਾ ਕੇ ਉਸ ਤੇ ਆਪਾਂ ਕਹ ਦਈਏ ਮਸਲਾ ਹੱਲ ਹੋ ਜਾਏਗਾ? कभी भी नहीं हल होना। सवाल है कि आप बेइज्जती की है। और ये पंजाब दे जे देखो मेडिकल फ्रटर्निटी दे जिहड़ा है ना इन्होंने बदकलामी की है। ऐसा व्यक्ति लभना किसी नूं कि भाई वाइस चांसलर एडी क्वालिफिकेशन दा किसी यूनिवर्सिटी दे विच वाइस चांसलर होवे, ये तां माण दी गल है पंजाब लई। तुसीं तां जिहड़ा पंजाब दे माण नूं ढाह लगाया, मैं तो कहांगा कि भी मुख्यमंत्री भगवंत मान होनी इन्हां कोल इस्तीफा लेना चाहिए। जित तक सवाल हैगा उस बंदे ने कि भी तुसीं देखो कि वो बंदे दा रोल कोई नहीं है, वो गुलदस्ता ला के ओनू रिसीव कीता और उन्होंने गुलदस्ता भी एक्सेप्ट करने तो तैयार नहीं जेड़ा हैगा कभी राजी नहीं होया हेल्थ मिनिस्टर। सवाल तो इस गल दा जी सर मैं ਤੁਹਾਡੇ ਕੋਲ ਵਾਪਸ ਆਵਾਂਗਾ। ਤੁਸੀਂ ਬਹੁਤ ਅਹਿਮ ਪੁਆਇੰਟ ਬੋਲੇ ਨੇ। ਤੁਸੀਂ ਇੱਕ ਤਾਂ ਜ਼ਿਕਰ ਕਰ ਦਿੱਤਾ ਕਿ ਵੀਸੀ ਸਟੂਡੈਂਟਸ ਨੂੰ ਦੇਖਦੇ ਨੇ ਤੇ ਜਿਹੜਾ ਪੂਰਾ ਐਡਮਿਨਿਸਟ੍ਰੇਸ਼ਨ ਜਿਹੜਾ ਇਨਫਰਾ ਦਾ ਕੰਮ ਹੈਗਾ ਉਹ ਮੈਡੀਕਲ ਸੁਪਰਡੈਂਟ ਦਾ ਹੁੰਦਾ ਹੈ, ਜਿਹੜਾ ਕਿ ਉਹ ਦੇਖਦੇ ਨੇ ਕਿ ਉੱਥੇ ਕੀ ਚੀਜ਼ਾਂ ਆਉਣ ਵਾਲੀਆਂ ਨੇ ਕੀ ਨਹੀਂ ਆਉਣ ਵਾਲੀਆਂ ਸਾਰੀਆਂ ਉਹਦੇ ਥੱਲੇ ਹੁੰਦਾ। ਠੀਕ ਹੈ ਹਾਂਜੀ ਉਹਦੇ ਥੱਲੇ ਹੁੰਦਾ। ਤੁਸੀਂ ਇਹ ਵੀ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਮੰਤਰੀ ਸਾਹਿਬ ਪਹੁੰਚੇ ਹੁੰਦੇ ਨੇ ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਇਹ ਨਾਲ ਹੁੰਦੀ ਹੈ ਕਿ ਉਹਨਾਂ ਦੇ ਨਾਲ ਜਿਹੜੇ ਨੁਮਾਇੰਦੇ ਨੇ ਉਹ ਵੀ ਇਸ ਪੂਰੇ ਮਾਮਲੇ ਦੇ ਵਿੱਚ ਦੇਖਣ ਕਿ ਕਿੱਥੇ ਉਣਤਾਈਆਂ ਹੋਈਆਂ ਨੇ। ਅਫਸਰ ਤੁਹਾਡੇ ਕੋਲ ਆਵਾਂਗਾ ਸੰਗੇੜਾ ਸਾਹਿਬ, ਤੁਸੀਂ ਜਵਾਬ ਦਿਓ। ਠੀਕ ਹੈ ਸਰ, ਹਾਂਜੀ ਪ੍ਰਿੰਸੀਪਲ ਸੈਕਟਰੀ ਹੋਵੇ ਬਿਲਕੁਲ ਲਾਜ਼ਮੀ ਤੌਰ ਤੇ ਉਹ ਤਾਂ ਪੂਰੇ ਆਫੀਸਰਸ ਹੈ, ਅਫਸਰਸ਼ਾਹੀ ਹੁੰਦੀ ਹੈ। ਮੈਂ ਸਰ ਤੁਹਾਡੇ ਕੋਲ ਆਉਣਾ, ਮੈਂ ਰੁਕ ਕਰਦਾ ਮਹੇਸ਼ਿੰਦਰ ਗਰੇਵਾਲ ਜੀ ਦਾ। ਗਰੇਵਾਲ ਸਾਹਿਬ ਸਿੱਧੀਆਂ ਉਂਗਲਾਂ ਉੱਠ ਰਹੀਆਂ ਨੇ। ਕਾਲੀਆ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ 4 ਮਹੀਨੇ ਦੇ ਵਿੱਚ ਸਰਕਾਰ ਨੇ ਕੀ ਕੀਤਾ, ਪਰ ਦੇਖੋ ਸਵਾਲ ਤਾਂ ਸਿੱਧੇ ਉੱਠਣਗੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਨੇ ਕਿ ਸਿਸਟਮ ਅਜਿਹਾ ਬਣ ਗਿਆ ਸਾਡਾ ਕਿ ਜੇਕਰ ਅਸੀਂ ਕੋਈ ਚੀਜ਼ ਖਰੀਦਣੀ ਹੈ ਸਰਕਾਰੀ ਹਸਪਤਾਲ ਦੇ ਲਈ, ਹਸਪਤਾਲ ਜਿੱਥੇ ਸਿਹਤ ਸਹੂਲਤਾਂ ਬਹੁਤ ਜ਼ਰੂਰੀ ਹੁੰਦੀਆਂ ਨੇ, ਬਹੁਤ ਜਲਦੀ ਹੋਣਾ ਚਾਹੀਦਾ ਕੰਮ, ਤਾਂ ਉੱਥੇ 9-9 ਮਹੀਨੇ ਲੱਗ ਜਾਂਦੇ ਨੇ। ਤਾਂ ਇਹ ਸਿਸਟਮ 4 ਮਹੀਨਿਆਂ 'ਚ ਤਾਂ ਬਣਿਆ ਨਹੀਂ ਹੋਏਗਾ। ਗਰੇਵਾਲ ਸਾਹਿਬ ਇੱਕ ਉਂਗਲ ਤੁਹਾਡੇ ਵਾਲੇ ਪਾਸੇ ਵੀ ਜਾਂਦੀ ਹੈ ਜਿਨ੍ਹਾਂ ਨੇ 10 ਸਾਲ ਸੱਤਾ ਤੇ ਰਾਜ ਕੀਤਾ ਪੰਜਾਬ ਦੇ ਵਿੱਚ 7 ਤੋਂ 17 ਤੱਕ। ਆਮ ਆਦਮੀ ਪਾਰਟੀ ਤੁਹਾਡੇ ਵਾਲੇ ਪਾਸੇ ਵੀ ਉਂਗਲ ਚੁੱਕਦੀ ਹੈ। शुक्ला जी मैं तो पहला सब तो संघेड़ा साहब ਨੂੰ ਕਹੂੰਗਾ ਕਿ ਉਹ ਇੱਕ ਇਸ ਫੋਬੀਆ ਚੋਂ ਨਿਕਲੇ ਹੋਣ ਕਿ ਹੁਣ ਆਪੋਜੀਸ਼ਨ ਨਹੀਂ ਗਏ।
ਹੁਣ ਉਹ ਸਰਕਾਰ ਚਲਾ ਰਹੀ ਧਿਰ ਹੈ, ਥੋੜੀ ਜਿਹੀ ਜ਼ਿੰਮੇਵਾਰੀ ਨਾਲ ਗੱਲ ਕਰਨੀ ਚਾਹੀਦੀ ਤੇ ਗੱਲ ਕਰਨ ਤੋਂ ਪਹਿਲਾਂ ਗੱਲ ਦੀ ਅਸਲੀਅਤ ਪਤਾ ਹੋਣੀ ਚਾਹੀਦੀ ਹੈ। ਮਹਿਕਮਾ ਮੈਡੀਕਲ ਕਾਲਜ ਦਾ ਮਿਨਿਸਟਰ ਫਾਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਕੋਲ ਹੁੰਦਾ ਹੈ। ਬੜਾ ਮੈਨੂੰ ਸੰਘੇੜਾ ਸਾਹਿਬ, ਕਿਉਂਕਿ ਮੇਰੇ ਭਰਾ ਨੇ, ਮੈਂ ਇਹਨਾਂ ਨੂੰ ਕੋਈ ਕਹਿਣਾ ਨਹੀਂ ਚਾਹੁੰਦਾ, ਪਰ ਇਹਨਾਂ ਦੀ ਕਹਿਣ ਤੇ ਤਰਸ ਆਇਆ ਮੈਨੂੰ ਕਿ ਕਿੰਨੀ ਲਿਟਲ ਨੌਲੇਜ ਹੈ ਇਹਨਾਂ ਨੂੰ। ਕਹਿੰਦੇ ਪਹਿਲਾਂ ਮੰਤਰੀ ਕਦੇ ਕੋਈ ਗਿਆ ਨਹੀਂ, ਸਾਡਾ ਬੱਬਰ ਸ਼ੇਰ ਗਿਆ। ਮੈਂ 1997 ਚ ਮੈਡੀਕਲ ਐਜੂਕੇਸ਼ਨ ਦਾ ਮਿਨਿਸਟਰ ਸੀ। ਮੈਂ ਵਿਜ਼ਿਟ ਕੀਤਾ ਪਟਿਆਲਾ ਮੈਡੀਕਲ ਕਾਲਜ, ਮੈਂ ਵਿਜ਼ਿਟ ਕੀਤਾ ਗੁਰੂ ਗੋਬਿੰਦ ਸਿੰਘ ਕਾਲਜ, ਮੈਂ ਵਿਜ਼ਿਟ ਕੀਤਾ ਅੰਮ੍ਰਿਤਸਰ ਕਾਲਜ। ਇਟ ਇਜ਼ ਅ ਮੈਟਰ ਆਫ ਰਿਕਾਰਡ। ਇਹਨਾਂ ਨੂੰ ਪੁੱਛੋ ਕਿ ਜਦ ਮੈਂ ਪਟਿਆਲੇ ਵਿਜ਼ਿਟ ਕੀਤਾ ਸੀ ਤਾਂ ਉੱਥੇ ਦੀ ਸੀਟੀ ਸਕੈਨ ਸੀ, ਖਰਾਬ ਸੀ, ਤੇ ਮੈਂ ਇਨਕੁਆਇਰੀ ਕੀਤੀ ਕਿ ਕੀ ਨੁਕਸਾ। ਉਹ ਕਹਿੰਦੇ ਜੀ ਇਹਦੀ ਟਿਊਬ ਖਰਾਬ ਹੈ, 19 ਲੱਖ ਦੀ ਪੈਣੀ ਹੈ। ਤੇ 19 ਲੱਖ ਰੁਪਏ ਸਾਨੂੰ ਪਿਛਲੀ ਸਰਕਾਰ ਨੇ 2.5 ਸਾਲ ਹੋ ਗਏ ਨਹੀਂ ਭੇਜਿਆ ਜੀ। ਉਹਦਾ ਫਿਰ ਹੱਲ ਮੈਂ ਉੱਥੇ ਪ੍ਰਿੰਸੀਪਲ ਦੀ ਹੱਦ ਤੱਕ ਕਰਦਾ। ਜਦ ਪੈਸਾ ਸਰਕਾਰ ਨਹੀਂ ਭੇਜ ਰਹੀ ਤੇ ਟ੍ਰੀਟਮੈਂਟ ਪੇਸ਼ੈਂਟ ਹੀ ਨਾ ਹੋਵੇ। ਮੈਂ ਮੈਡੀਕਲ ਕਾਲਜਸ ਲਈ NRI 32 ਸੀਟਾਂ ਤਿਆਰ ਕਰਕੇ ਫੰਡ ਕ੍ਰੀਏਟ ਕੀਤਾ, ਜਿਹੜਾ NRI 32 ਸੀਟਾਂ ਦਾ ਫੰਡ ਐਮਰਜੈਂਸੀ ਨੈਸੈਸਿਟੀਜ਼ ਨੂੰ ਮੀਟ ਕਰਨ ਲਈ ਕੀਤਾ ਸੀ, ਜਿਹੜਾ ਅੱਜ ਤੱਕ ਜਾਰੀ ਹੈ ਜੀ। ਦੂਸਰੀ ਗੱਲ ਮੈਂ ਸੰਘੇੜਾ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਮੰਤਰੀ ਜੀ ਨੂੰ ਕਹੋ, ਮੰਤਰੀ ਜੀ ਪ੍ਰੋਟੋਕਾਲ ਹੁੰਦਾ ਹੈ, ਹਸਪਤਾਲ ਵਿਜ਼ਿਟ ਕਰਨਾ ਜਾਂ ਮੰਤਰੀ ਦਾ ਕਿਤੇ ਵਿਜ਼ਿਟ ਕਰਨਾ, ਵਿਆਹ 'ਚ ਭੰਗੜਾ ਪਾਉਣਾ ਨਹੀਂ ਹੁੰਦਾ। ਅੱਜ ਤੋਂ ਕੁਝ ਦਿਨ ਪਹਿਲਾਂ ਮੰਤਰੀ ਜੀ ਗਏ, ਇੱਕ ਹਸਪੀਟਲ ਵਿਜ਼ਿਟ ਕੀਤੇ। ਉਹ ਵਿਜ਼ਿਟ ਦੇ ਪਹਿਲਾਂ ਹਸਪੀਟਲ ਦੇ ਜਿੱਥੇ ਐਂਟਰ ਕਰ ਰਹੇ ਆ ਉੱਥੇ ਲਿਖਿਆ ਹੋਇਆ ਹੈਗਾ ਡਿਲੀਵਰੀ ਰੂਮ, ਜਿੱਥੇ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ, ਡਿਲੀਵਰੀ ਕੀਤੀ ਜਾਂਦੀ ਹੈ। ਬਿਲਕੁਲ, ਲੇਬਰ ਰੂਮ। ਤੇ ਮੰਤਰੀ ਜੀ ਆਪਣੇ ਗਨਮੈਨਾਂ ਨਾਲ, ਆਪਣੀ ਪਾਰਟੀ ਦੇ ਵਰਕਰਾਂ ਨਾਲ ਠਾਠਾ ਕਰਦੇ ਉੱਥੇ ਜਾ ਰਹੇ ਆ। ਪਹਿਲਾਂ ਇੰਨਾ ਕੁ ਸਮਝ ਚਾਹੀਦੀ ਹੈ ਕਿ ਹਸਪੀਟਲ ਇੱਕ ਇਹੋ ਜਿਹੀ ਥਾਂ ਹੈਗੀ ਹੈ ਜਿੱਥੇ ਇਨਫੈਕਸ਼ਨ ਦੇ ਚਾਂਸਸ ਪੇਸ਼ੈਂਟਸ ਨੂੰ ਤੇ ਪੇਸ਼ੈਂਟਸ ਤੋਂ ਜਾਣ ਵਾਲਿਆਂ ਨੂੰ ਹੋ ਸਕਦੇ ਆ। ਉੱਥੇ ਆ ਫੌਜ ਕਾਹਦੀ ਲੈ ਕੇ ਜਾ ਰਹੇ ਆ? ਕੀ ਡਰਾਮਾ ਕਰਨ ਦੇ? ਡਰਾਮਾ ਪੋਲਿਟਿਕਸ ਛੱਡ ਦੋ, ਤੁਸੀਂ ਸਰਕਾਰ ਚੋਂ ਹੁਣ ਆਪੋਜੀਸ਼ਨ ਚ ਨਹੀਂ ਗਏ। ਇਹ ਜਾਣਾ ਸੀ DRME ਨਾਲ ਹੁੰਦਾ। ਜੇ ਤੁਸੀਂ ਇੱਕ ਮੈਨੂੰ ਗੱਲ ਦੱਸੋ, ਸੰਘੇੜਾ ਸਾਹਿਬ ਨੂੰ ਪੁੱਛਣਾ ਸ਼ੁਕਲਾ ਜੀ ਕਿ ਆਹ ਦਿਖਾ ਕੇ ਆਮ ਆਦਮੀ ਕਲੀਨਿਕ, ਆਮ ਆਦਮੀ ਪਹਿਲਾਂ ਤਾਂ ਉਹ ਜਿਹੜਾ ਸੀਗਾ ਨਾ, ਜਿਹੜਾ ਕਲੀਨਿਕ ਦਾ ਨਾਮ ਬਦਲਤਾ ਆਮ ਆਦਮੀ ਕਲੀਨਿਕ ਆ, ਤਾਂ ਉਹਦੇ ਚ ਮਤਲਬ ਖਾਸ ਕੋਈ ਜਾ ਹੀ ਨਹੀਂ ਸਕਦਾ। ਦੂਸਰਾ ਉੱਥੇ ਮੁਹੱਲਾ ਕਲੀਨਿਕ ਤੋਂ ਆਮ ਆਦਮੀ ਬਦਲਦਾ। ਚਲੋ ਇਹਨਾਂ ਨੂੰ ਤਸੱਲੀ ਹੁੰਦੀ ਹੈ, ਕੰਮ ਕੀਤੇ ਤਸੱਲੀ ਹੋਣੀ ਹੈ, ਥੁੱਕੀ ਵੜੇ ਨਹੀਂ ਪਕੜੇ। ਦੂਸਰੀ ਇਹਨਾਂ ਨੂੰ ਗੱਲ ਪੁੱਛੋ ਕਿ ਉੱਥੇ ਤੁਸੀਂ 20 ਲੱਖ ਲਾ ਕੇ ਡਰਾਮਾ ਕਰਨ ਲੱਗੇ ਹੋ ਤੇ ਤੁਸੀਂ ਆਹ 4 ਮਹੀਨੇ ਚ ਆਹ ਕਸ਼ਟ ਕਰ ਲੈਂਦੇ, ਇਹਨਾਂ ਨੂੰ ਮੈਟ੍ਰਿਸਿਸ ਦੇ ਪੈਸੇ ਭੇਜ ਦਿੰਦੇ। 4 ਮਹੀਨੇ ਆਪਾਂ ਕਿਉਂ ਸੁੱਤੇ ਰਹੇ? ਤੁਸੀਂ ਉਸ ਬੰਦੇ ਨੂੰ ਸਰਬ ਕਰ ਰਹੇ ਹੋ ਜਿਹੜਾ ਅਸੈਟ ਹੈ, ਲਾਇਬਿਲਿਟੀ ਨਹੀਂ। ਅਕਾਲੀ ਦਲ ਦੀ ਸਰਕਾਰ ਵੇਲੇ ਦਾ ਲਾਇਆ ਹੋਇਆ। ਮੈਂ ਇੱਕ ਸ਼ੁਕਲਾ ਜੀ ਆਪਣਾ ਸੰਘੇੜਾ ਸਾਹਿਬ ਦੀ ਗਿਆਨ ਲਈ ਇਹ ਵੀ ਦੱਸ ਦੇਣਾ ਕਿ ਫਰੀਦਕੋਟ ਕਿਉਂਕਿ ਮੇਨ ਲਾਈਨ ਤੇ ਨਹੀਂ ਸੀ, ਜਦ ਅਸੀਂ ਯੂਨੀਵਰਸਿਟੀ ਬਣਾਈ ਉਦੋਂ ਮੈਂ ਮੰਤਰੀ ਸੀ, ਇਹਦਾ ਬਿੱਲ ਮੈਂ ਪਾਇਲਟ ਕੀਤਾ ਸੀ ਅਸੈਂਬਲੀ 'ਚ। ਉਦੋਂ ਬਾਦਲ ਸਾਹਿਬ ਨੇ ਇਹਦਾ ਨੀਂਹ ਪੱਥਰ ਧਰਿਆ ਸੀ, ਫਰੀਦਕੋਟ 'ਚ ਬਣਾਈ। ਉਦੋਂ ਸਾਨੂੰ ਫਸਟ ਵਾਈਸ ਚਾਂਸਲਰ ਰਿਕੁਐਸਟ ਕਰਕੇ ਮਿਸਟਰ ਲਵਤਾਰ ਸਿੰਘ ਚਾਵਲਾ ਲਾਇਆ। ਉਸ ਤੋਂ ਬਾਅਦ ਅਸੀਂ PGI ਦਾ ਐਕਸ ਡਾਕਟਰ ਗਿਲ ਐਮੀਨੈਂਟ ਆਰਥੋਪੈਡਿਸ਼ਨ ਲਾਇਆ। ਉਸ ਤੋਂ ਬਾਅਦ ਰਾਜ ਬਹਾਦਰ ਜੀ ਨੂੰ ਰਿਕੁਐਸਟ ਕਰਕੇ ਲਾਇਆ। ਇਹਨਾਂ ਦੀ ਐਮੀਨੈਂਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਇਹਨਾਂ ਨੂੰ ਚੇਂਜ ਨਹੀਂ ਕੀਤਾ ਜੀ। ਤੇ ਇਹ ਸੰਘੇੜਾ ਸਾਹਿਬ ਆਪ ਅਫਸਰ ਹੈ, ਇਹਨਾਂ ਨੂੰ ਕੋਈ ਜ਼ਲੀਲ ਕਰਦਾ ਟੋਲਰੇਟ ਕਰਨਗੇ? ਆਈ ਥਿੰਕ ਡਾਕਟਰ ਰਾਜ ਬਹਾਦਰ ਹੈਜ਼ ਡਨ ਵਨ ਥਿੰਗ ਰੋਂਗ। ਹੀ ਸ਼ੁਡ ਨਾਟ ਹੈਵ ਅਕੰਪਨੀਡ ਦੀ ਮਿਨਿਸਟਰ। ਕਿ ਜਦੋਂ ਮੇਲਾ ਨਾਲ ਲਈ ਫਿਰਦੇ ਆ ਨਾ ਡਰਾਮਾ ਕਰਨ ਲਈ ਕਿ 10 ਬੰਦੇ ਨਾਲ ਫਿਰ ਵੀਡੀਓ ਬਣਦੀ ਆ ਨਾਲ ਗਨਮੈਨ। ਆਈ ਸ਼ੁਡ ਹੈਵ ਸੈਡ ਜੈਂਟਲਮੈਨ ਯੂ ਆਰ ਮਾਈ ਮਿਨਿਸਟਰ। ਪਰ ਜੇ ਤੁਸੀਂ ਇਨਸਪੈਕਸ਼ਨ ਕਰਨੀ ਆ, ਮੈਂ ਚੱਲੂ, ਮੈਡੀਕਲ ਸਬਜੈਕਟ ਚੱਲੂ, ਨਾਲ ਡਾਕਟਰ ਚੱਲਣਗੇ। ਇਹ ਜੁਮਲਾਬਾਜੀ ਤੋਂ ਹਟ ਜਾਓ। ਇਸ ਵੇਲੇ ਇਸ਼ੂ ਪੰਜਾਬ ਦੀ ਹੈ। ਠੀਕ ਹੈ। ਅੱਜ ਜਿੰਨਾ ਕੁ ਲੋਕ ਤੁਹਾਨੂੰ ਅੱਖਾਂ ਤੇ ਚੁੱਕਦੇ ਸੀ ਨਾ, ਅੱਜ ਦੇ ਆਰ ਫੀਲਿੰਗ ਹਿਊਮਿਲੇਟਡ, ਇਨਸਲਟਡ ਕਿ ਆਹ ਲੋਕਾਂ ਨੂੰ ਅਸੀਂ ਰਾਜ ਦਿੱਤਾ ਜਿਨ੍ਹਾਂ ਨੂੰ ਤਮੀਜ਼ ਵੀ ਨਹੀਂ। ਬੇਸਿਕ ਚਲੋ ਮੈਂ ਜਵਾਬ ਲੈ ਲਵਾਂ ਸਰ, ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਖੜਿਆਲ ਸਾਹਿਬ ਮੈਂ ਤੁਹਾਡੇ ਕੋਲ ਆਉਂਗਾ, ਬੇਦੀ ਸਾਹਿਬ, ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਵੀ ਆਉਣਾ, ਪਰ ਸੰਘੇੜਾ ਸਾਹਿਬ ਇੱਕ ਵਾਰੀ ਦੋਵਾਂ ਦਾ ਆਨਸਰ ਦੇ ਦਿਓ, BJP ਤੇ ਅਕਾਲੀ ਦਲ ਦੇ ਵੱਲੋਂ। ਦੇਖੋ ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਕਿ ਪ੍ਰੋਟੋਕੋਲਸ ਹੁੰਦੇ ਨੇ। ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਜੇਕਰ ਕੋਈ ਐਕਸ਼ਨ ਕੀਤਾ ਜਾ ਰਿਹਾ ਤਾਂ ਉਸ ਦਾ ਵੀ ਇੱਕ ਪ੍ਰੋਸੈਸ ਹੁੰਦਾ ਹੈ, ਤਾਂ ਉਸ ਨੂੰ ਲੈ ਕੇ ਤਾਂ ਸਵਾਲ ਉੱਠਣਗੇ। ਸੰਘੇੜਾ ਸਾਹਿਬ। ਗੌਰਵ ਸ਼ੁਕਲਾ ਜੀ, ਮੈਂ ਤਾਂ ਇੱਕ ਗੱਲ ਤੋਂ ਹੈਰਾਨ ਹੈ ਵੀ ਇਹ ਸਾਰਾ ਫੋਕਸ ਉਸ ਗੱਲ ਤੇ ਕਰੀ ਜਾ ਰਹੇ ਆ ਜਿਹੜੀ ਮੈਂ ਗੱਲ ਕਹੀ ਆ ਵੀ ਕੰਮ ਕਰਦਿਆਂ ਕਈ ਵਾਰੀ ਤਕਰਾਰ ਵੀ ਹੋ ਜਾਂਦਾ। ਜਦੋਂ ਮੇਰੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਉਹਦੇ ਬਾਰੇ ਮੈਨੂੰ ਹੋਰ ਕਹਿਣ ਦੀ ਕੀ ਲੋੜ ਆ ਵੀ ਇਹਨੂੰ ਬੈਟਰ ਤਰੀਕੇ ਨਾਲ ਵੀ ਨਜਿੱਠਿਆ ਜਾ ਸਕਦਾ ਸੀ। ਮੈਂ ਕਾਲੀਆ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ, ਮੇਰੇ ਸ਼ਹਿਰ ਦੇ ਬੜੇ ਸਤਿਕਾਰਯੋਗ ਨੇ ਜਲੰਧਰ ਦੇ ਇਹ,
ਮੈਂ ਤਾਂ ਇਹਨਾਂ ਤੇ ਕੋਈ ਨਿੱਜੀ ਇਲਜ਼ਾਮ ਨਹੀਂ ਲਾਇਆ। ਕਾਲੀਆ ਸਾਹਿਬ, ਜੇ ਤੁਸੀਂ ਇੱਕ ਹਸਪੀਟਲ ਠੀਕ ਕਰਤਾ, ਮੈਂ ਤਾਂ ਸਾਰੇ ਸਿਸਟਮ ਦੇ ਨਿਗਾਰ ਦੀ ਗੱਲ ਕੀਤੀ ਆ। ਉੱਥੇ ਜਿਹੜਾ ਗੱਦਾ ਪਿਆ ਸੀ ਉਹ ਸਿੰਬੋਲਿਕ ਸਿਸਟਮ ਦੇ ਨਿਗਾਰ ਨੂੰ ਚੀਕਾਂ ਮਾਰ ਕੇ ਦੱਸ ਰਿਹਾ ਆ। ਇਹ ਸਿਸਟਮ ਜਿਹੜਾ ਸਰਕਾਰੀ ਸਿਹਤ ਸਿਸਟਮ ਤਹਿਸ ਨਹਿਸ ਕਰਕੇ ਪ੍ਰਾਈਵੇਟ ਹਸਪੀਟਲ ਉਸਰੇ ਆ, ਠੀਕ ਆ, ਉਹ ਨਾ ਪੈਰਲਲ ਵੀ ਉਸਰ ਸਕਦੇ ਸੀਗੇ ਜੀ। ਤੇ ਇਹ ਸਰਕਾਰੀ ਸਿਸਟਮ ਦਾ ਕਿੱਦਾਂ ਤਹਿਸ ਨਹਿਸ ਹੋਇਆ। ਤੇ ਗਰੇਵਾਲ ਸਾਹਿਬ ਮੇਰੇ ਤੇ ਤਰਸ ਕਰਨ ਲੱਗ ਗਏ, ਹੋਰ ਗੱਲਾਂ ਇਸ ਤਰ੍ਹਾਂ ਦੀਆਂ ਵੱਡੀਆਂ ਮਤਲਬ ਬਣਾ ਕੇ ਕਰਨ ਲੱਗੇ। ਗਰੇਵਾਲ ਸਾਹਿਬ, ਤੁਸੀਂ ਵੀ ਇੱਕ ਮਸ਼ੀਨ ਕਹਿੰਦੇ ਆ, ਇੱਕ ਮੈਂ ਫੜ ਲਈ ਸੀ ਜਿਹੜੀ ਖਰਾਬ ਹੋ ਗਈ। ਮੈਂ ਸਿਸਟਮ ਦੀ ਗੱਲ ਕਰ ਰਿਹਾ ਗਰੇਵਾਲ ਸਾਹਿਬ, ਮੈਂ ਵੀ ਤੁਹਾਡਾ ਬਹੁਤ ਸਤਿਕਾਰ ਕਰਦਾ ਆ। ਤੁਸੀਂ ਮੈਨੂੰ ਇਹ ਦੱਸੋ, ਇਹ ਸਿਸਟਮ ਇੱਥੇ ਤੱਕ ਕਿਹਨਾਂ ਨੇ ਪਹੁੰਚਾਇਆ? ਜੇ ਅਸੀਂ ਮੁਹੱਲਾ ਕਲੀਨਿਕ ਖੋਲਣ ਦੀ ਗੱਲ ਕਰਦੇ ਆ, ਉਹਦੀ ਦਿੱਕਤ ਹੈ ਤੁਹਾਨੂੰ ਬੜੀ ਪ੍ਰੋਬਲਮ ਆਉਂਦੀ ਆ। ਤੁਹਾਡੇ ਪ੍ਰਧਾਨ ਸਾਹਿਬ ਤੱਕ ਬੋਲਦੇ ਆ। ਜੇ ਅਸੀਂ ਆ ਹਸਪੀਟਲ ਤੇ ਜਾਂ ਸਿਸਟਮ ਨੂੰ ਸੁਧਾਰ ਕਰਨ ਦੀ ਗੱਲ ਕਰਦੇ ਆ ਤੇ ਤੁਹਾਨੂੰ ਉਹਦੇ ਤੇ ਜੇ ਸਾਡਾ ਮੰਤਰੀ, ਠੀਕ ਹੈ, ਮੈਂ ਸਮਝ ਰਿਹਾ ਜਿਹੜਾ ਤੁਸੀਂ ਸੰਘੇੜਾ ਸਾਹਿਬ ਤੁਸੀਂ ਪੁਆਇੰਟ ਕਹਿ ਰਹੇ ਹੋ, ਬਹੁਤ ਵਧੀਆ। ਹਾਂ, ਨਹੀਂ ਠੀਕ ਹੈ, ਇਹਨਾਂ ਨੇ ਵੀ ਬੋਲਣਾ ਹੁਣ ਤੁਹਾਡਾ। ਹਾਂ, ਇਸ ਪੂਰੇ ਮਾਮਲੇ ਦੇ ਵਿੱਚ ਦੋ ਚੀਜ਼ਾਂ ਨੇ। ਘੁਟਾਲਾ ਕਰ ਗਿਆ ਉਹ ਵੀ ਕੋਵਿਡ-19 ਦੇ ਵਿੱਚ। ਮੈਂ ਬਾਕੀ ਮਹਿਮਾਨਾਂ ਨੂੰ ਵੀ ਐਡ ਕਰ ਲਵਾਂ ਇੱਕ ਵਾਰੀ। ਮੈਂ ਬਾਕੀ ਜੀ ਉਹਨਾਂ ਦਵਾਈਆਂ 'ਚ ਘੁਟਾਲਾ ਕਰ ਗਿਆ। ਸਾਡੇ ਕਿਸੇ ਤੇ ਇਲਜ਼ਾਮ ਤਾਂ ਲਾਓ ਨਾ। ਠੀਕ ਹੈ, ਅਸੀਂ ਜੇ ਇੱਕ ਮੰਤਰੀ ਠੀਕ ਹੈ, ਨਹੀਂ ਮੈਂ ਤੁਹਾਡੇ ਕੋਲ ਆਉਣਾ ਵਾਪਸ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਇੱਕ ਵਾਰੀ ਮੈਂ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ, ਬਹੁਤ ਟਾਈਮ ਹੋ ਰਿਹਾ। ਖੜਿਆਲ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਤੁਸੀਂ ਦੋਵੇਂ ਚੀਜ਼ਾਂ ਨੂੰ ਸੰਘੇੜਾ ਸਾਹਿਬ ਅਲੱਗ-ਅਲੱਗ ਦੇਖ ਰਹੇ ਹੋ ਕਿ ਇੱਕ ਉੱਥੇ ਤਕਰਾਰ ਹੋਈ ਹੈ ਤੇ ਦੂਜਾ ਉੱਥੇ ਜਿਹੜਾ ਗੱਦੇ ਖਰਾਬ ਸੀ ਜਾਂ ਜੋ ਵੀ ਇਕਵਿਪਮੈਂਟ ਖਰਾਬ ਸੀ। ਤੁਸੀਂ ਦੋਵਾਂ ਨੂੰ ਅਲੱਗ-ਅਲੱਗ ਦੇਖ ਰਹੇ ਹੋ ਕਿ ਠੀਕ ਹੈ ਉਹ ਤਕਰਾਰ ਹੋ ਗਈ, ਪਰ ਜੇਕਰ ਉੱਥੇ ਗੱਦੇ ਖਰਾਬ ਨੇ ਜਾਂ ਕੋਈ ਵੀ ਸਿਸਟਮ ਖਰਾਬ ਹੈ ਤਾਂ ਉਹ 4 ਮਹੀਨੇ ਦੇ ਵਿੱਚ ਨਹੀਂ ਹੋਇਆ। ਆਮ ਰਾਈਟ? ਤੁਸੀਂ ਇਹੀ ਕਹਿਣਾ ਚਾਹ ਰਹੇ ਹੋ? ਹਾਂ ਬਿਲਕੁਲ, ਉਧਰ ਨੂੰ ਅਸੀਂ ਚੱਲੇ ਹੋਏ ਹਾਂ। ਅਸੀਂ ਓਵਰਆਲ ਸਿਸਟਮ ਠੀਕ ਕਰਨਾ ਹੈ। ਠੀਕ ਹੈ, ਪੁਆਇੰਟ ਹੈ, ਵੈਲਿਡ ਹੈ, ਕਰਕੇ ਦਿਖਾਵਾਂਗੇ। ਮੈਂ ਖੜਿਆਲ ਸਾਹਿਬ ਨੂੰ ਐਡ ਕਰਦਾ। ਖੜਿਆਲ ਸਾਹਿਬ, 5 ਸਾਲ ਸਰਕਾਰ ਰਹੀ ਹੈ ਸਰ ਤੁਹਾਡੀ, ਤਾਂ ਦੇਖੋ ਬਹੁਤ ਸਾਰੇ ਸਵਾਲ ਤੁਹਾਡੇ ਤੋਂ ਇਸ ਸਮੇਂ ਇਸ ਕਰਕੇ ਪੁੱਛਣੇ ਜ਼ਰੂਰੀ ਨੇ ਕਿ ਇਹ ਗੱਦੇ 4 ਮਹੀਨੇ ਦੇ ਵਿੱਚ ਖਰਾਬ ਨਹੀਂ ਹੋਏ, ਇਹ ਗੱਦੇ 4 ਮਹੀਨੇ ਦੇ ਵਿੱਚ ਬਦਲੇ ਨਹੀਂ ਗਏ। ਇੱਕ ਸਵਾਲ ਜ਼ਰੂਰ ਹੈ, ਪਰ 9 ਮਹੀਨੇ ਵਾਲਾ ਜਿਹੜਾ ਪੂਰਾ ਰਾਜ ਬਹਾਦਰ ਸਰ ਨੇ ਸਮਝਾ ਦਿੱਤਾ, ਡਾਕਟਰ ਸਾਹਿਬ ਨੇ, ਉਹ ਤੁਹਾਡੇ ਵਾਲੇ ਪਾਸੇ ਵੀ ਜਾਂਦਾ ਹੈ ਕਿ ਤੁਹਾਡੀ ਸਰਕਾਰ ਸੀ 9 ਮਹੀਨੇ ਲੱਗਦੇ ਸੀ ਇੱਕ ਪੈਨਸਲ ਖਰੀਦਣ ਨੂੰ। ਨੰਬਰ 1 ਗੌਰਵ ਜੀ, ਜਿਹੜਾ 10,000 ਕਰੋੜ ਦਾ ਆਮ ਆਦਮੀ ਪਾਰਟੀ ਨੇ ਲੋਨ ਲਿਆ ਨਾ, ਇਹ ਤਾਂ 4 ਮਹੀਨੇ ਹੋਈ ਹੈ। ਲੋਨ ਲੈਣ ਦੀ ਕੀ ਲੋੜ ਸੀ? ਤੇ ਜੇ ਲੈ ਲਿਆ ਉਹਦਾ ਘੱਟੋ ਘੱਟ 10% ਜਿਹੜਾ ਹੈ ਮੈਡੀਕਲ ਹਸਪੀਟਲਸ ਨੂੰ ਦੇ ਦਿੰਦੇ, ਚੰਗੇ ਬੈੱਡ ਹੋ ਜਾਂਦੇ, ਚੰਗੇ ਇਨਫਰਾਸਟ੍ਰਕਚਰ ਹੋ ਜਾਂਦਾ। ਲੇਕਿਨ ਆਮ ਆਦਮੀ ਪਾਰਟੀ ਨੇ ਪ੍ਰਾਇੋਰਟੀ ਬਣਾਇਆ ਨਹੀਂ ਉਸ ਚੀਜ਼ ਨੂੰ। ਦੂਜੀ ਗੱਲ, ਇੱਕ ਡਾਕਟਰ, ਇਹਨਾਂ ਨੇ ਜਿਹੜੇ ਵੀਸੀ ਸਾਹਿਬ ਨੇ, ਬਹਾਦਰ ਸਾਹਿਬ ਨੇ, ਉਹਨਾਂ ਨੇ ਵੀ ਕਿਹਾ ਕਿ ਬਿਫੋਰ ਬੀਇੰਗ ਐਨ ਐਡਮਿਨਿਸਟ੍ਰੇਟਰ ਮੈਂ ਇੱਕ ਡਾਕਟਰ ਹਾਂ ਤੇ ਡਾਕਟਰਸ ਰਿਸਪੈਕਟ ਡਿਜ਼ਰਵ ਕਰਦੇ। ਉਹਨਾਂ ਨੇ ਕੋਵਿਡ ਦੇ ਵਿੱਚ ਕੀ ਕੀਤਾ ਹੈ, ਉਹਦੇ ਬਾਵਜੂਦ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਉਹਨਾਂ ਦੇ ਜੂਨੀਅਰਸ ਦੇ ਮੂਹਰੇ। ਉਹ ਤੋਂ ਬਾਅਦ ਉਹਨਾਂ ਨਾਲ ਧੱਕਾ ਕੀਤਾ, ਉਹਨਾਂ ਨਾਲ ਰੂਡ ਬਿਹੇਵੀਅਰ ਕੀਤਾ, ਬੈੱਡ ਤੇ ਪਾਇਆ। ਤੇ ਉਹ ਤੋਂ ਬਾਅਦ ਉਹ ਵੀਡੀਓ ਜਿਹੜੀ ਉਹਨਾਂ ਦੇ ਘਰਦਿਆਂ ਨੇ ਵੀ ਦੇਖੀ, ਉਹ ਰਿਸ਼ਤੇਦਾਰਾਂ ਨੇ, ਪਰਿਵਾਰ ਨੇ ਦੇਖੀ, ਉਹ ਕੀ ਬੀਤੀ ਹੋਣਾ ਤੇ। ਉਹ ਵਿਅਕਤੀ ਜੋ ਸੈਟਰਡੇ ਸੰਡੇਜ਼ ਨੂੰ ਵੀ ਕੰਮ ਕਰਦਾ ਹੈ, ਇਹ ਇਨਸੀਡੈਂਟ ਦੇ ਬਾਵਜੂਦ ਉਹ ਅੱਜ ਸੈਟਰਡੇ ਨੂੰ ਮੋਹਾਲੀ ਦੇ ਵਿੱਚ ਹਸਪੀਟਲ ਦੇ ਵਿੱਚ ਸਰਜਰੀ ਕਰ ਰਹੇ ਸੀ, ਕਿਉਂਕਿ ਡਿਊਟੀ ਹੈ ਉਹਨਾਂ ਦੀ। ਉਹਨਾਂ ਨਾਲ ਤੁਸੀਂ ਇਹ ਵਿਵਹਾਰ ਕਰੋ ਤੇ ਮੈਨੂੰ ਲੱਗਦਾ ਇਟ ਇਜ਼ ਅਨਐਕਸੈਪਟੇਬਲ। ਤੇ ਸਿਰਫ ਅਸੀਂ ਨਹੀਂ, ਇਹਨਾਂ ਦੇ ਆਪਦੇ ਮਿਨਿਸਟਰ ਮਿਸਟਰ ਫੌਜਾ ਸਿੰਘ ਨੇ ਕਿਹਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀਗਾ। ਤੁਹਾਡੇ ਆਪਦੇ ਮਿਨਿਸਟਰ ਕਹਿ ਰਹੇ ਹੈ ਕਿ ਇਹ ਮਿਨਿਸਟਰ ਨੇ ਗਲਤ ਕੀਤਾ, ਸਾਨੂੰ ਤਾਂ ਕਹਿਣ ਦੀ ਲੋੜ ਨਹੀਂ। ਅੱਛਾ, ਉਹ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਲੌਜਿਕ ਦੇ ਰਹੀ ਹੈ ਵੀ ਵੀਸੀ ਸਾਹਿਬ ਦੀ ਜ਼ਿੰਮੇਵਾਰੀ ਸੀਗੀ, ਉਹਨਾਂ ਨੂੰ ਬੈੱਡ ਸਹੀ ਲਵਾਉਣਾ ਚਾਹੀਦਾ ਸੀਗਾ। ਇਹੀ ਲੌਜਿਕ ਨਾਲ ਜੇ ਚੱਲੀਏ, ਤੁਹਾਡੇ ਹੈਲਥ ਮਿਨਿਸਟਰ ਨੇ ਗਲਤੀ ਕੀਤੀ ਹੈ, ਰਿਜ਼ਾਈਨ ਫਿਰ ਤੁਹਾਡੇ ਸੀਐਮ ਸਾਹਿਬ ਨੂੰ ਕਰਨਾ ਚਾਹੀਦਾ ਹੈ। ਜਿਹੜਾ ਲੌਜਿਕ ਤੁਸੀਂ ਦੇ ਰਹੇ ਹੋ ਵੀਸੀ ਲਈ, ਉਹ ਤੁਹਾਡੇ ਤੇ ਆਪਦੇ ਤੇ ਵੀ ਇੰਪਲੀਮੈਂਟ ਹੁੰਦਾ ਹੈ। 2 ਭਗਵੰਤ ਮਾਨ ਸਾਹਿਬ ਨੂੰ ਕੋਈ ਵੀ ਰੈਜ਼ਿਗਨੇਸ਼ਨ ਦੇਣ। ਚੌਥੀ ਗੱਲ, ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਨੇ ਗੌਰਵ ਜੀ ਪਤਾ ਕੀ ਗੱਲ ਕੀ ਹੈ? ਕਹਿੰਦੇ ਅਸੀਂ ਪ੍ਰੈਸ਼ਰ ਦੇ ਅੰਡਰ ਹੈ, ਪੋਲੀਟੀਕਲ ਐਡਮਿਨਿਸਟ੍ਰੇਟਰਸ ਦੇ ਥਰੂ ਸਾਨੂੰ ਉਹ ਲੋਕਾਂ ਨੂੰ ਪਾਵਰ ਮਿਲ ਚੁੱਕੀ ਹੈ, ਉਹ ਲੋਕਾਂ ਨੂੰ ਜਿਹੜੇ ਡਿਜ਼ਰਵ ਨਹੀਂ ਕਰਦੇ ਤੇ ਜਿਹੜੇ ਜੇ ਪਾਵਰ ਮਿਲ ਗਈ ਤੇ ਵੋਮਿਟ ਕਰ ਦਿੰਦੇ ਆ। ਇਹ ਵੀ ਗੱਲ ਕਹੀ ਹੈ ਵੀ ਅੱਜ ਕਾਲਾ ਦਿਨ ਹੈ, ਆਪਦੀ ਜ਼ਿੰਮੇਵਾਰੀ। ਕਿਉਂਕਿ ਦੇਖੋ ਪੈਸਾ ਤਾਂ ਸਰਕਾਰ ਨੇ ਦੇਣਾ ਉਹਨਾਂ ਨੂੰ, ਆਮ ਆਦਮੀ ਪਾਰਟੀ ਦਿੰਦੀ ਪੈਸਾ, ਬੈੱਡ ਚੰਗੇ ਲੱਗ ਜਾਂਦੇ। ਤੇ ਉਹ ਤੋਂ ਬਾਅਦ ਜਿਹੜੀ ਆਪਣਾ PCMS ਹੈ, ਉਹਨਾਂ ਨੇ ਵੀ ਕੰਡੈਮ ਕੀਤਾ, ਐਸੋਸੀਏਸ਼ਨ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਕੰਡੈਮ ਕੀਤਾ, ਤੇ ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ ਇਹ ਗੱਲ ਵੀ ਕਹੀ ਹੈ ਵੀ ਆਲਮੋਸਟ ਇਹ ਲੱਗਦਾ ਹੈ ਵੀ ਤਾਲਿਬਾਨ ਰੂਲਡ ਸਟੇਟ ਹੋਵੇ। ਤਾਲਿਬਾਨ ਰੂਲਡ ਸਟੇਟ ਉਹਨਾਂ ਦੇ ਵਰਡਸ ਹੈ। ਸੋ ਗੌਰਵ ਜੀ, ਆਮ ਆਦਮੀ ਪਾਰਟੀ ਮੇਕ ਸ਼ੋਰ ਕਰੇ, ਅਪੋਲੋਜੀ ਨਾਲ ਕੁਝ ਨਹੀਂ ਹੁੰਦਾ। ਤੁਸੀਂ ਰੈਜ਼ਿਗਨੇਸ਼ਨ ਦਬਾਓ ਹੈਲਥ ਮਿਨਿਸਟਰ ਦਾ। ਤੇ ਦੂਜੀ ਗੱਲ, ਇਹਨਾਂ ਨੂੰ ਮੈਂ ਇੱਕ ਗੱਲ ਪੁੱਛਦਾ, ਤੁਸੀਂ 35-36 ਕਰੋੜ ਐਡਵਰਟਾਈਜ਼ਿੰਗ ਤੇ, ਬ੍ਰਾਂਡਿੰਗ ਤੇ, ਮਾਰਕੀਟਿੰਗ ਤੇ ਖਰਚਤਾ, ਉਹ ਤੁਸੀਂ ਕਿਉਂ ਨਹੀਂ ਖਰਚਦੇ ਮੈਡੀਕਲ ਚੀਜ਼ਾਂ ਲਈ? ਤੇ ਮੈਨੂੰ ਆਮ ਆਦਮੀ ਪਾਰਟੀ ਗੱਲ ਦੱਸੇ, ਤੁਹਾਡੇ ਹੈਲਥ ਮਿਨਿਸਟਰ ਕਦੋਂ ਮਾਫੀ ਮੰਗਣਗੇ? ਕਿਉਂਕਿ ਜਿਹੜਾ ਕਾਰਾ ਕੀਤਾ ਉਹਦਾ ਹੈਲਥ ਮਿਨਿਸਟਰ ਨੇ ਕੀਤਾ। ਭਗਵੰਤ ਮਾਨ ਸਾਹਿਬ ਜਾਂ ਤਾਂ ਰਿਜ਼ਾਈਨ ਕਰਨ
ਜਾਂ ਫਿਰ ਤੁਹਾਡੇ ਹੈਲਥ ਮਿਨਿਸਟਰ ਸਾਹਿਬ ਰਿਜ਼ਾਈਨ ਕਰਨ, ਕਿਉਂਕਿ ਜੋ ਹੋਇਆ ਬਹੁਤ ਹੀ ਮੰਦਭਾਗਾ, ਬਹੁਤ ਅਨਫੋਰਚੂਨੇਟ ਹੈ। ਪਹਿਲਾਂ ਵਾਲੇ ਹੈਲਥ ਮਿਨਿਸਟਰ ਕਰਪਸ਼ਨ ਕਰ ਰਹੇ ਸੀਗੇ, ਇਹ ਵਾਲੇ ਹੈਲਥ ਮਿਨਿਸਟਰ ਐਰੋਗੈਂਟ ਬਹੁਤ ਨੇ, ਸੋ ਇਦਾਂ ਚੱਲਣਾ ਨਹੀਂ। ਇਹਨਾਂ ਨੂੰ ਦੇ ਚਲੋ ਮੈਂ ਨਾਲ ਜਵਾਬ ਲੈ ਲਵਾਂ ਸੰਘੇੜਾ ਸਾਹਿਬ, ਇਕੱਠੇ ਜਵਾਬ ਦਿਓ। ਡਾਕਟਰ RS ਬੇਦੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਮੈਂ ਉਹਨਾਂ ਦਾ ਇੱਕ ਵਾਰੀ ਰੁਕ ਕਰ ਲਵਾਂ। ਡਾਕਟਰ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਦੇਖੋ, ਵਿਵਾਦ ਜੋ ਹੋਇਆ ਉਹ ਸਾਰੇ ਦੁਨੀਆ ਨੇ, ਪੰਜਾਬ ਨੇ ਬਹੁਤ ਹੁਣ ਤਫਸੀਲ ਦੇ ਨਾਲ ਉਸ ਨੂੰ ਦੇਖਿਆ ਔਰ ਸਮਝਿਆ ਵੀ ਹੈ। ਡਾਕਟਰ ਸਾਹਿਬ, ਸਵਾਲ ਇਹ ਹੈ ਕਿ ਜਦੋਂ ਆਪਾਂ ਕੰਮ ਕਰਦੇ ਹਾਂ, ਜੋ CM ਤਰਕ ਦੇ ਰਹੇ ਨੇ ਉਸ ਦੇ ਵਿੱਚ ਵੀ ਦਮ ਤਾਂ ਨਜ਼ਰ ਆਉਂਦਾ ਹੈ ਕਿ ਜਦੋਂ ਆਪਾਂ ਕੰਮ ਕਰਦੇ ਹਾਂ, ਆਮ ਤੌਰ ਤੇ ਘਰ ਦੇ ਵਿੱਚ ਵੀ ਕਰੀਏ ਜਾਂ ਤੁਸੀਂ ਵੀ ਆਪਣੇ ਸਟਾਫ ਦੇ ਨਾਲ ਕਰਦੇ ਹੋਵੋਗੇ, ਤਾਂ ਉੱਥੇ ਵੀ ਕਈ ਵਾਰ ਤਲਖੀਆਂ ਹੋ ਜਾਂਦੀਆਂ ਨੇ, ਤਕਰਾਰ ਹੋ ਜਾਂਦੀ ਹੈ ਕਿ ਵਾਕਈ ਹੀ ਇਹ ਇੰਨਾ ਵੱਡਾ ਮੁੱਦਾ ਲੱਗ ਰਿਹਾ ਹੈ। IMA ਇਸ ਬਾਰੇ ਕੀ ਸੋਚ ਰਿਹਾ ਹੈ, ਤੁਹਾਡੀ ਪੂਰੀ ਜਿਹੜੀ ਕਮਿਊਨਿਟੀ ਹੈ ਉਹ ਕੀ ਸੋਚ ਰਹੀ ਹੈ ਡਾਕਟਰਸ ਦੀ? ਦੇਖੋ, ਪਹਿਲੀ ਗੱਲ ਤੇ IMA ਜੋ ਵੀ ਹੋਇਆ ਇਸ ਘਟਨਾ ਦੀ ਅਸੀਂ ਕੰਡੈਮ ਕਰਦੇ ਹਾਂ, ਇਸ ਨੂੰ ਇਹ ਨਹੀਂ ਹੋਣਾ ਚਾਹੀਦਾ ਸੀਗਾ। ਔਰ ਦੂਸਰੀ ਗੱਲ, ਜਿਵੇਂ ਹੁਣ ਅਸੀਂ ਡਾਕਟਰ, ਮੈਂ ਬੈਠਾ ਹੈਗਾ, ਮੇਰੀ ਗੱਲ ਨਹੀਂ ਹੈ, ਡਾਕਟਰ ਨੂੰ ਸਭ ਤੋਂ ਅਖੀਰ 'ਚ ਸਮੇਂ ਮਿਲਿਆ ਹੈ ਔਰ ਇਹ ਹੈਲਥ ਦਾ ਵਿਸ਼ੇ ਹੈਗਾ ਔਰ ਇਹ ਅੱਜ ਦੀ ਗੱਲ ਨਹੀਂ ਹੈ। ਅੱਜ ਤੋਂ ਕਿੰਨੇ ਸਾਲਾਂ ਤੋਂ ਸਰਕਾਰਾਂ ਬਦਲਦੀਆਂ ਵੀ ਰਹੀਆਂ ਨੇ, ਡਾਕਟਰ ਸਭ ਤੋਂ ਪਿੱਛੇ ਰਿਹਾ ਔਰ ਜਦੋਂ ਮਾਰ ਖਾਣ ਦੀ ਵਾਰੀ ਆਉਂਦੀ ਹੈ, ਜਦੋਂ ਬਲੇਮ ਕਰਨ ਦੀ ਵਾਰੀ ਆਉਂਦੀ ਹੈ, ਉਹ ਡਾਕਟਰ ਸਾਹਮਣੇ ਕੀਤਾ ਜਾਂਦਾ ਹੈ। ਹੈਲਥ ਬਜਟ ਰਿਲੀਜ਼ ਕਰਨਾ ਸੀਗਾ, ਉਹ ਸਰਕਾਰ ਨੇ ਕਰਨਾ ਹੈ, ਉਹ ਡਾਕਟਰ ਨੇ ਨਹੀਂ ਕਰਨਾ। ਅਗਰ ਪਰਚੇਸ ਨੂੰ ਸਟ੍ਰੀਮਲਾਈਨ ਕਰਨਾ ਹੈ, ਉਹ ਡਾਕਟਰ ਨੇ ਨਹੀਂ ਕਰਨਾ, ਉਹ ਸਰਕਾਰਾਂ ਨੇ ਕਰਨਾ ਹੈ। ਅਗਰ ਡਿਸਪੈਂਸਰੀ ਦੀ ਹਾਲਤ ਵਿੱਚ ਸੁਧਾਰ ਕਰਨੀ ਹੈ ਤੇ ਉਹ ਸਰਕਾਰਾਂ ਨੇ ਕਰਨੀ ਹੈ, ਡਾਕਟਰ ਨੇ ਨਹੀਂ ਕਰਨਾ। ਅਗਰ ਰੈਫਰਲ ਸਿਸਟਮ ਨੂੰ ਸਟ੍ਰੀਮਲਾਈਨ ਕਰਨਾ ਹੈ, ਉਹ ਇੱਕ ਗੁੱਡ ਗਵਰਨੈਂਸ ਦਾ ਹਿੱਸਾ ਹੈਗਾ, ਉਹ ਵੀ ਡਾਕਟਰ ਦੇ ਨਹੀਂ ਕਰਨਾ। ਅਗਰ ਐਂਬੂਲੈਂਸ ਨੂੰ ਪ੍ਰੋਪਰਲੀ ਮੁਹੱਈਆ ਕਰਾਣੀ ਹੈ ਔਰ ਠੀਕ ਟਾਈਮ ਤੇ ਰੈਫਰਲ ਕਰਨਾ ਹੈ, ਉਹ ਵੀ ਸਰਕਾਰਾਂ ਨੇ ਕਰਨੀ ਹੈ, ਉਹਦੇ ਵੀ ਡਾਕਟਰ ਦਾ ਕੋਈ ਹੱਥ ਨਹੀਂ ਹੈ। ਅਗਰ ਇਹ ਡਾਕਟਰ ਦੀ ਨਿਯੁਕਤੀ ਕਰਨੀ, ਉਹਦੇ ਵਿੱਚ ਡਾਕਟਰ ਦਾ ਕੋਈ ਹੱਥ ਹੈ ਹੀ ਨਹੀਂ। ਹੁਣ ਮੈਂ ਇਹ ਕਹਿਣਾ ਹੈ ਕਿ ਇਹ ਮੁੱਦਾ ਕਿਉਂ ਹੋ ਰਿਹਾ ਹੈ, ਕਿਉਂਕਿ ਹੈਲਥ ਜਿਹੜਾ ਹੈਗਾ ਉਹ ਸਰਕਾਰਾਂ ਇਹ ਸਮਝਦੀਆਂ ਕਿ ਉਹਨਾਂ ਨੂੰ ਇਹ ਇਲੈਕਸ਼ਨ ਨਹੀਂ ਜਿਤਾਉਂਦੀਆਂ, ਵੋਟਾਂ ਨਹੀਂ ਪੈਂਦੀਆਂ ਉਹਦੇ ਕਰਕੇ। ਹਾਂ, ਹੁਣ ਥੋੜਾ ਜਿਹਾ ਹੈਲਥ ਵੱਲੇ ਰੁਖ ਹੋਇਆ, ਜਿਹਦੇ ਕਰਕੇ ਲੋਕਾਂ ਨੂੰ ਲੱਗਿਆ ਕਿ ਵੀ ਪਾਰਟੀਆਂ ਦੀ ਗੱਲ ਕਰ ਰਿਹਾ ਮੈਂ ਇੱਕ ਟੋਟਲ ਪੋਲੀਟੀਕਲ ਗੱਲ ਕਰ ਰਿਹਾ, ਡਾਕਟਰ ਹੋਣ ਦੇ ਨਾਤੇ ਕਰ ਰਿਹਾ, ਡਾਕਟਰ ਦੀ IMA ਦੀ ਰਿਪਰੈਜ਼ੈਂਟੇਸ਼ਨ ਦੇ ਨਾਲ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਸਾਰੀ ਗੱਲ ਹੋਈ ਹੈ, ਜਦ ਤੱਕ ਅਸੀਂ ਡਾਕਟਰਸ ਨੂੰ ਨਾਲ ਨਹੀਂ ਲੈ ਕੇ ਜਾਵਾਂਗੇ, ਜਦ ਤੱਕ ਫੰਡਿੰਗ ਪ੍ਰੋਪਰ ਨਹੀਂ ਕਰਾਂਗੇ, ਸਿਸਟਮ ਨੂੰ ਇਹਨੂੰ ਰੈਗੂਲਰਾਈਜ਼ ਨਹੀਂ ਕਰਾਂਗੇ, ਗੁੱਡ ਗਵਰਨੈਂਸ ਦਾ ਹਿੱਸਾ ਨਹੀਂ ਬਣਾਵਾਂਗੇ। ਦੇਖੋ, ਇੱਕ ਬੜਾ ਗੰਦਾ ਐਗਜ਼ਾਮਪਲ ਹੈ ਗੁੱਡ ਗਵਰਨੈਂਸ ਦਾ, ਇਹ ਮਿਸ ਗਵਰਨੈਂਸ ਦਾ ਹੈਗਾ। ਇਹਨਾਂ ਨੇ ਕੀਤਾ, ਕੋਈ ਵੀ ਕਰੇਗਾ, ਜਦੋਂ ਵੀ ਕਰੇਗਾ ਅਸੀਂ ਉਹਦੀ ਨਿੰਦਾ ਕਰਾਂਗੇ ਔਰ ਅੱਜ ਅਸੀਂ ਨਿੰਦਾ ਕਰਦੇ ਪਏ ਹਾਂ। ਮੇਰੀ ਪ੍ਰਾਰਥਨਾ ਹੈਗੀ ਹੈ ਕਿ ਡਾਕਟਰ ਇਸ ਵੇਲੇ ਬਹੁਤ ਸਟ੍ਰੈਸ ਦੇ ਵਿੱਚ, ਜਿੱਥੇ 10 ਡਾਕਟਰ ਦੀ ਲੋੜ ਹੈ ਉੱਥੇ ਇੱਕ ਡਾਕਟਰ ਆਪਣਾ ਕੰਮ ਨਿਭਾ ਰਿਹਾ ਹੈ, ਫਿਰ ਵੀ ਉਹ ਡਾਕਟਰ ਜਿਹੜੀ ਸਰਕਾਰਾਂ ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ ਇੱਕ ਡਾਕਟਰ ਨੂੰ ਅੱਗੇ ਕਰਕੇ ਉਹਨੂੰ ਕਰ ਦਿੰਦੇ। ਇਹ ਪੇਸ਼ੇ ਨੂੰ ਵੀ ਬਦਨਾਮ ਕਰਨ ਵਿੱਚ ਇਹ ਹੱਥ ਹੈਗਾ ਇਹਨਾਂ ਲੋਕਾਂ ਦਾ, ਕਿਉਂਕਿ ਆਪ ਜਿਹੜੇ ਹੈਗੇ ਨੇ ਉਹ ਸਰਕਾਰੀ ਸੇਵਾਵਾਂ, ਜਿਹੜੇ ਸਰਕਾਰੀ ਫੈਸਿਲਿਟੀਜ਼ ਨੇ, ਉਹਨਾਂ ਦੇ ਉੱਤੇ ਪੈਸਾ ਨਹੀਂ ਖਰਚ ਰਹੇ, ਉਹਨਾਂ ਨੂੰ ਇੰਪਰੂਵ ਨਹੀਂ ਕਰ ਰਹੇ, ਤਾਂ ਕਰਕੇ ਲੋਕੀ ਜਿਹੜੇ ਆ ਉਹਨਾਂ ਨੂੰ ਆਊਟ ਆਫ ਪਾਕਟ ਐਕਸਪੈਂਸ ਕਰਨਾ ਪੈਂਦਾ ਹੈ, ਉਹਨਾਂ 'ਚ ਰੋਸ਼ ਆਉਂਦਾ ਹੈ। ਇਸ ਕਰਕੇ ਦੇਖਿਆ ਜਾ ਰਿਹਾ ਕਿ ਵਾਇਲੈਂਸ ਜਿਹੜਾ ਡਾਕਟਰਸ ਦੇ ਅਗੇਂਸਟ ਹੈ ਉਹ ਵੀ ਬਹੁਤ ਵੱਧ ਰਿਹਾ ਹੈ। ਸੋ ਇਹ ਸਾਰੇ ਸਿਸਟਮ ਨੂੰ ਸੁਧਾਰਨਾ ਪਏਗਾ, ਗੱਲਾਂ ਨਾਲ ਨਹੀਂ ਹੋਏਗੀ। ਇਹ ਜਿਹੜਾ ਕੱਲ ਦਾ ਹਾਦਸਾ ਹੈ, ਇਹਨੇ ਕੋਈ ਇੰਪਰੂਵ ਨਹੀਂ ਕਰਨਾ, ਇਹਨੇ ਡਿਟੀਰੀਓਰੇਟ ਕਰਨਾ ਹੈ ਸਾਰੀ ਗੱਲ ਨੂੰ। ਠੀਕ ਹੈ ਸੰਘੇੜਾ ਸਾਹਿਬ, ਦੇਖੋ ਜਵਾਬ ਮੈਂ ਪਹਿਲਾਂ ਥੋੜੇ ਨਾਰਾਜ਼ ਵੀ ਲੱਗ ਰਹੇ ਡਾਕਟਰ RS ਬੇਦੀ ਕਿ ਉਹਨਾਂ ਕੋਲ ਮੈਂ ਆਖਿਰ ਦੇ ਵਿੱਚ ਆਇਆ, ਪਰ ਦੇਖੋ ਪੁਆਇੰਟ ਇਹ ਹੈ ਜੋ ਉਹਨਾਂ ਨੇ ਬਹੁਤ ਵੈਲਿਡ ਚੁੱਕਿਆ ਕਿ ਜੇ ਗੱਦੇ ਖਰਾਬ ਨੇ ਉਸਦੇ ਪੈਸੇ ਕਿਸੇ ਡਾਕਟਰ ਨੇ ਆਪਣੀ ਜੇਬ ਦੇ ਵਿੱਚੋਂ ਤਾਂ ਦੇਣੇ ਨਹੀਂ। ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਇਨਫਰਾ ਖਰਾਬ ਹੈ ਤਾਂ ਉਹ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਨੇ ਦੇਖਣਾ। ਜੇਕਰ ਡਾਕਟਰਾਂ ਦੀ ਨਿਯੁਕਤੀ ਹੁੰਦੀ ਹੈ ਤਾਂ ਸਰਕਾਰਾਂ ਜਾਂ ਫਿਰ ਜਿਹੜੇ ਐਡਮਿਨਿਸਟ੍ਰੇਸ਼ਨ ਹੁੰਦੇ ਨੇ ਉਹਨਾਂ ਨੇ ਦੇਖਣੀ ਹੈ। ਤਾਂ ਫਿਰ ਡਾਕਟਰਾਂ ਦੇ ਉੱਤੇ ਉਂਗਲ ਜਾਂ ਫਿਰ ਉਹਨਾਂ ਨੂੰ ਇਸ ਤਰੀਕੇ ਨਾਲ ਕਟਹਿਰੇ ਦੇ ਵਿੱਚ ਕਿਉਂ ਖੜਾ ਕੀਤਾ ਜਾ ਰਿਹਾ ਹੈ? ਮੈਂ ਤਾਂ ਸ਼ੁਕਲਾ ਸਾਹਿਬ, ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਡਾਕਟਰਸ ਸਾਡੀ ਪਾਰਟੀ 'ਚ ਵੀ ਬਹੁਤ ਨੇ, ਸਾਡੀ ਫੈਮਿਲੀ 'ਚ ਵੀ ਡਾਕਟਰ ਨੇ, ਮੇਰੇ ਮਿੱਤਰ ਦੋਸਤ ਵੀ ਬਹੁਤ ਜ਼ਿਆਦਾ ਡਾਕਟਰ ਨੇ। ਅਸੀਂ ਡਾਕਟਰਸ ਦਾ ਸਤਿਕਾਰ ਕਰਦੇ ਹਾਂ। ਅਸੀਂ ਡਾਕਟਰਸ ਸਾਡੇ ਗਰੁੱਪ ਦੇ ਮੈਂਬਰ ਨੇ, ਸਾਡੇ ਜਥੇ ਦੇ ਮੈਂਬਰ ਨੇ, ਜਿਨ੍ਹਾਂ ਨੇ ਸਿਹਤ ਸਹੂਲਤਾਂ 'ਚ ਸੁਧਾਰ ਕਰਨਾ ਹੈ, ਇਨਕਲੂਡਿੰਗ ਡਾਕਟਰ ਬੇਦੀ ਤੇ ਇਨਕਲੂਡਿੰਗ ਇਹਨਾਂ ਦੀ ਜਥੇਬੰਦੀ। ਆਪਾਂ ਇੱਕ ਆਈਸੋਲੇਟਡ ਇਨਸੀਡੈਂਸ ਜਿਹਨੂੰ ਟਾਲਿਆ ਜਾ ਸਕਦਾ ਸੀ, ਇਹ ਤੋਂ ਬੈਟਰ ਤਰੀਕੇ ਨਾਲ ਵੀ ਹੱਲ ਹੋ ਸਕਦਾ ਸੀਗਾ, ਕਿਹਾ ਗਿਆ ਆ। ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਸਾਰਾ
ਜਿਹੜਾ ਜ਼ੋਰ ਹੈ ਉਹ ਸਾਰੇ ਸਿਸਟਮ ਨੂੰ ਨਾਲ ਲੈ ਕੇ ਡਾਕਟਰਸ ਨੂੰ ਨਾਲ ਲੈ ਕੇ ਹੀ ਅਸੀਂ ਸੁਧਾਰਨਾ ਆ। ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ, ਜਿਹੜੀ ਮੈਂ ਪਹਿਲਾਂ ਵੀ ਕਹੀ ਸੀ, ਫਿਰ ਵਿੱਚੋਂ ਉਹ ਪੂਰੀ ਨਹੀਂ ਗੱਲ ਹੋਈ ਮੇਰੀ। ਜੇ ਅਸੀਂ ਮੁਹੱਲਾ ਕਲੀਨਿਕ ਦੀ ਗੱਲ ਕਰਦੇ ਆ ਤਾਂ ਸਾਰੇ ਵਿਰੋਧੀਆਂ ਨੂੰ ਦਿੱਕਤ ਹੈ, ਡਾਕਟਰ ਬੇਦੀ ਨੂੰ ਕੋਈ ਦਿੱਕਤ ਨਹੀਂ ਹੈ, ਸਾਰੀਆਂ ਹੀ ਵਿਰੋਧੀ ਪਾਰਟੀਆਂ ਨੂੰ ਦਿੱਕਤ ਹੈ। ਇਹ ਪੈਟਰੋਲ ਦੀ ਇੱਕ ਬੋਤਲ ਤੇ ਮਾਚਸ ਜੇਬ ਚ ਪਾਈ ਫਿਰਦੇ ਨੇ, ਹਰ ਇੱਕ ਜਗ੍ਹਾ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਮੁੱਖ ਮੰਤਰੀ ਦੇ ਰਿਜ਼ਾਈਨ ਦੀ ਗੱਲ ਕਿੱਥੋਂ ਆ ਗਈ? ਕਿਤੇ ਕੰਮ ਕਰਦਿਆਂ ਤਕਰਾਰ ਹੋ ਗਿਆ। ਮੈਂ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਖੁਦ ਗੱਲ ਕੀਤੀ ਹੈ ਡਾਕਟਰ ਰਾਜ ਬਹਾਦਰ ਜੀ ਨਾਲ। ਮੈਂ ਉਹਨਾਂ ਦਾ ਨਿੱਜੀ ਤੌਰ ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਰ, ਉਹ ਮੰਤਰੀ ਸਾਹਿਬ ਨੂੰ ਕਿਉਂ ਨਹੀਂ ਪਤਾ ਲੱਗੀ ਜਾਂ ਮੰਤਰੀ ਸਾਹਿਬ ਕਿਉਂ ਨਹੀਂ ਸਮਝੇ? ਉਸ ਵੇਲੇ ਦੇਖੋ ਆਪਣਾ ਔਰ ਉਸ ਤੋਂ ਬਾਅਦ ਵੀ ਉਹ ਚੁੱਪ ਗੌਰਵ ਸ਼ੁਕਲਾ ਜੀ, ਮੈਂ ਉਹੀ ਕਹਿਣਾ ਨਾ, ਦੇਖੋ ਸੀਐਮ ਆ ਕੇ ਸਾਹਮਣੇ ਕਹਿੰਦੇ ਨੇ ਕਿ ਤਕਰਾਰ ਹੋ ਜਾਂਦੀ ਹੈ, ਬੈਡ ਹੈਂਡਲ ਹੋ ਸਕਦਾ ਸੀ। ਸਿਹਤ ਮੰਤਰੀ ਨੂੰ ਨਹੀਂ ਯਾਦ ਆਇਆ ਕਿ ਜਾ ਕੇ ਗੱਲ ਕਰ ਲਈ ਜਾਵੇ, ਘੱਟੋ ਘੱਟ ਡਾਕਟਰਸ ਤੱਕ ਇੱਕ ਮੈਸੇਜ ਤਾਂ ਪਹੁੰਚੇ ਨਾ। ਅਸੀਂ ਡਿਬੇਟਸ ਵਿੱਚ ਬੈਠੇ ਕਈ ਵਾਰੀ ਉੱਚਾ ਨੀਵਾਂ ਗੱਲਬਾਤ ਹੋ ਜਾਂਦੀ ਹੈ। ਮੇਰੀ ਸ਼੍ਰੋਮਣੀ ਅਕਾਲੀ ਦਲ ਦੇ ਬਲਟੋਹਾ ਸਾਹਿਬ ਨਾਲ ਇੱਕ ਵਾਰੀ ਬਹੁਤ ਜ਼ਿਆਦਾ ਹੋ ਗਈ ਸੀਗੀ, ਇੱਕ ਵਾਰੀ ਉਹਨਾਂ ਦੀ ਉਹ ਇੱਕ ਹੋਰ ਨਿਊਜ਼ ਏਜੰਸੀ ਦੇ ਪੱਤਰਕਾਰ ਨਾਲ ਬਹੁਤ ਜ਼ਿਆਦਾ ਹੋ ਗਈ ਸੀਗੀ, ਬਟ ਸਟਿਲ ਦੇ ਆਰ ਔਨ ਗੁੱਡ ਰਿਲੇਸ਼ਨਸ। ਸੋ ਹੋ ਜਾਂਦਾ ਹੈ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ, ਕਈ ਵਾਰੀ ਹੋ ਵੀ ਜਾਂਦਾ, ਨਹੀਂ ਹੋਣਾ ਚਾਹੀਦਾ। ਮੈਂ ਤਾਂ ਖੁਦ ਕਹਿੰਦਾ, ਮੈਂ ਨਿੱਜੀ ਤੌਰ ਤੇ ਡਾਕਟਰ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਹਾਂ। ਮੈਂ ਨਹੀਂ ਸਾਰੇ ਸਤਿਕਾਰ ਕਰਦੇ ਨੇ, ਫਿਰ ਹੋਇਆ ਕਿਉਂ ਨਾ? ਹਾਂ, ਦੇਖੋ ਇਹ ਵੀ ਗੱਲ ਹੈ ਨਾ ਸਰ, ਆਈ ਵੁੱਡ ਸੇ ਦੈਟ ਇਜ਼ ਅਨਫੋਰਚੂਨੇਟ। ਅਨਫੋਰਚੂਨੇਟ ਹੈ ਪਰ ਸੰਗੇੜਾ ਸਾਹਿਬ, ਤੁਸੀਂ ਦੱਸੋ ਕਿ ਕਿਸੇ ਦੀ ਵੀਡੀਓ ਸਾਹਮਣੇ ਨਾ ਆਵੇ, ਜਿਹੜੀ ਆ ਨਾਲ ਚੱਕੀ ਫਿਰਦੇ, ਨਾਲ ਮਾਜਾ ਚੱਕੀ ਫਿਰਦੇ ਆ। ਨਹੀਂ, ਜਿਹੜੀ ਗੱਲ ਤੁਸੀਂ ਦਾ ਕੰਮ ਹੀ ਇਹ ਹੈ। ਨਹੀਂ ਠੀਕ ਹੈ, ਮੈਂ ਸਮਝ ਰਿਹਾ ਗੱਲ, ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਾਂ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਸਾਰੇ ਡਾਕਟਰਾਂ ਨੂੰ ਸਮਝ ਨਹੀਂ ਆ ਰਹੀ। ਜੇ ਡਾਕਟਰ ਆਰ.ਐਸ. ਬੇਦੀ ਅੱਜ ਇੱਥੇ ਨਿਊਜ਼ 18 ਦੇ ਉੱਤੇ ਬੈਠ ਕੇ ਕਹਿ ਰਹੇ ਨੇ ਕਿ ਡਾਕਟਰ ਖੁਦ ਨੂੰ ਇੱਕ ਤਰੀਕੇ ਨਾਲ ਬਹੁਤ ਪਿੱਛੇ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਤਾਂ ਕੌਨਫੀਡੈਂਸ ਲਿਆ ਨਹੀਂ ਜਾ ਰਿਹਾ, ਤਾਂ ਤੁਸੀਂ ਇਹ ਸਮਝੋ ਕਿ ਇਸ ਸੋ ਕਾਲਡ ਆਈਸੋਲੇਟਡ ਇਨਸੀਡੈਂਟ ਦਾ ਅਸਰ ਕਿੰਨਾ ਡੂੰਘਾ ਹੋਇਆ। ਇਸ ਫੀਡਬੈਕ ਨੂੰ ਮੈਂ ਆਪਣੀ ਪਾਰਟੀ ਤੱਕ ਲਿਜਾਊਂਗਾ, ਅਸੀਂ ਇਸ ਗੱਲ ਨੂੰ ਦੂਰ ਕਰਾਂਗੇ। ਮੈਂ ਡਾਕਟਰ ਬੇਦੀ ਜੀ ਦੀਆਂ ਮੈਜੋਰਿਟੀ ਗੱਲਾਂ ਨਾਲ ਸਹਿਮਤ ਹਾਂ, ਇਸ ਕੋਈ ਗੱਲ ਹੀ ਨਹੀਂ ਹੈ। ਮੈਂ ਮੰਨਦਾ ਰੁਕ ਕਰਾਂ ਡਾਕਟਰ ਬੇਦੀ, ਮੈਂ ਡਾਕਟਰ ਬੇਦੀ ਸਾਹਿਬ ਦੀਆਂ ਸਾਰੀਆਂ ਗੱਲਾਂ ਨੂੰ ਮੇਰੇ ਇਮੇਜ ਦੇ ਤੌਰ ਤੇ ਲਵਾਂਗੇ। ਡਾਕਟਰ ਬੇਦੀ ਜੀ, ਇਹਨਾਂ ਦਾ ਹੱਕ ਹੈ, ਇਹਨਾਂ ਦਾ ਹੱਕ ਹੈ ਵਿਰੋਧ ਕਰਨਾ ਜਥੇਬੰਦਕ ਤਰੀਕੇ ਨਾਲ, ਜਿਹੜੀ ਗੱਲ ਮੈਂ ਗਰੇਵਾਲ ਸਾਹਿਬ ਔਰ ਕਾਲੀਆ ਸਾਹਿਬ ਦਾ ਰੁਕ ਕਰਾਂਗਾ, ਪਰ ਪਹਿਲਾਂ ਉਸ ਤੋਂ ਪਹਿਲਾਂ ਡਾਕਟਰ ਆਰ.ਐਸ. ਬੇਦੀ ਕੁਝ ਕਹਿਣਾ ਚਾਹ ਰਹੇ ਨੇ। ਦੇਖੋ, ਇਹ ਜਦ ਤੱਕ ਡਾਕਟਰ ਨੂੰ ਨਾਲ ਲੈ ਕੇ ਨਹੀਂ ਚੱਲਣਗੇ, ਇਹ ਸਿਸਟਮੈਟਿਕਲੀ ਪੋਲੀਟੀਸ਼ੀਅਨਸ ਔਰ ਬਿਊਰੋਕਰੇਟਸ ਨੇ ਅੱਜ ਤੋਂ ਨਹੀਂ ਬਹੁਤ ਸਮੇਂ ਤੋਂ ਇਹਨਾਂ ਨੇ ਡਾਕਟਰ ਦੇ ਹਥਿਆਰਾਂ ਨੂੰ ਬਹੁਤ ਘੱਟ ਕਰ ਦਿੱਤਾ ਹੈ। ਔਰ ਡਾਕਟਰ ਇੰਨੇ ਪਹਿਲਾਂ ਨਿਯੁਕਤੀਆਂ ਜ਼ਿਆਦਾ ਹੁੰਦੀਆਂ ਸੀਗੀਆਂ, ਪਹਿਲਾਂ ਨਾਲੋਂ ਵੀ ਘੱਟ ਡਾਕਟਰ ਅੱਜ ਕੰਮ ਕਰਦੇ ਪਏ ਨੇ। ਜਿਹੜੇ ਪਿੰਡਾਂ 'ਚ ਉਹਨਾਂ ਨੂੰ ਜਾਣ ਵਾਸਤੇ ਕਹਿ ਰਹੇ ਨੇ, ਕੰਟਰੈਕਟ ਤੇ ਜੌਬਾਂ ਮਿਲ ਰਹੀਆਂ। ਜਿਹੜੇ ਪਿੰਡਾਂ 'ਚ ਉਹ ਜਾ ਕੇ ਕੰਮ ਕਰਦੇ ਨੇ, ਉੱਥੇ ਉਹਨਾਂ ਵਾਸਤੇ ਘਰ ਨਹੀਂ ਹੈਗਾ, ਉਹਨਾਂ ਵਾਸਤੇ ਬੱਚਿਆਂ ਦੀ ਪੜ੍ਹਾਈ ਨਹੀਂ ਹੈਗੀ ਹੈ। ਇਹ ਗਵਰਨੈਂਸ ਜਿਹੜੀ ਹੈਗੀ ਸਿਸਟਮ ਨੂੰ ਸਾਰੇ ਨੂੰ ਇਹਨਾਂ ਨੇ ਕਿਹਾ ਕਿ ਇਹ ਸਿਸਟਮ ਦਾ ਸਾਰਾ ਮਾਮਲਾ ਹੈਗਾ। ਮਗਰ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਇੱਕ ਸਾਰੇ ਪਾਰਟੀਜ਼ ਨੂੰ ਇਹ ਸਮਝਣਾ ਪਏਗਾ ਕਿ ਅਗਰ ਤੁਸੀਂ ਡਾਕਟਰਸ ਨੂੰ ਇਸ ਤਰ੍ਹਾਂ ਨਾਲ ਟ੍ਰੀਟ ਕਰੋਗੇ ਤੇ ਇਹ ਡਾਕਟਰਸ ਹਿੰਦੁਸਤਾਨ 'ਚ ਬਣਨੇ ਬੰਦ ਹੋ ਜਾਣਗੇ। ਸਭ ਤੋਂ ਕਰੀਮ ਜਿਹੜੀ ਸੀਗੀ, ਸਭ ਤੋਂ ਅਵਲ ਦਰਜੇ ਦੇ ਜਿਹੜੇ ਸਟੂਡੈਂਟ ਸੀਗੇ ਉਹ ਡਾਕਟਰ ਬੰਦੇ ਸੀਗੇ, ਉਹ ਹੁਣ ਸਥਿਤੀ ਇਹੋ ਜਿਹੀ ਆ ਜਾਣੀ ਹੈ, ਉਹਨਾਂ ਨੇ ਡਾਕਟਰ ਬਣਨਾ ਬੰਦ ਕਰ ਦੇਣਾ। ਤੁਹਾਨੂੰ ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਡਾਕਟਰ ਇੰਪੋਰਟ ਕਰਨਾ ਪੈਣਾ ਹੈ। ਅੱਜ ਤੁਸੀਂ ਦੇਖੋ 400-500 ਸੀਟਾਂ ਤੋਂ ਜ਼ਿਆਦਾ ਸਪੈਸ਼ਲਿਟੀ ਜਿਹੜੀ ਹੈਗੀ ਹੈ ਉਹ ਖਾਲੀ ਜਾ ਰਹੀ ਹੈ, ਕਿਉਂਕਿ ਹੁਣ ਡਾਕਟਰ ਜਿਹੜਾ ਹੈਗਾ, ਮੈਂ ਵਿਦ ਡਿਊ ਰਿਗਾਰਡਸ ਕਹਿ ਰਿਹਾ, ਸਾਡੀ ਕੋਈ ਅਪਰੋਚ ਨਹੀਂ ਹੈਗੀ ਇਹ ਡਾਕਟਰ ਬੇਦੀ ਜੀ। ਅਸੀਂ ਬਿਲਕੁਲ ਡਾਕਟਰਸ ਨੂੰ ਨਾਲ ਲੈ ਕੇ ਚੱਲਾਂਗੇ। ਅਸੀਂ ਉਹਨਾਂ ਸਰਕਾਰਾਂ ਚੋਂ ਨਹੀਂ ਹੈ ਜਿਨ੍ਹਾਂ ਨੇ ਲੱਖਾਂ ਰੁਪਏ ਖਰਚ ਕੇ ਦਿਨ ਰਾਤ ਮਿਹਨਤ ਕਰਕੇ ਇਹ ਸਾਰੇ ਲੋਕ ਡਾਕਟਰ ਬਣਦੇ ਨੇ। ਡਾਕਟਰ ਰੱਬ ਤੋਂ ਬਾਅਦ ਦੂਜਾ ਰੂਪ ਹੁੰਦਾ ਆ। ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਮੈਂ ਤੁਹਾਡੀ ਫੀਡਬੈਕ ਜਿਹੜੀ ਆ ਬਿਲਕੁਲ ਭਗਵੰਤ ਮਾਨ ਸਾਹਿਬ ਤੱਕ ਪਹੁੰਚਾਊਂਗਾ। ਬਿਲਕੁਲ ਇਦਾਂ ਦੀ ਗੱਲ ਨਹੀਂ ਹੋਏਗੀ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਲੱਖਾਂ ਰੁਪਏ ਖਰਚ ਕੇ ਦਿਨ ਰਾਤ ਮਿਹਨਤ ਕਰਕੇ ਡਾਕਟਰ ਬਣਿਆ ਉਹਨੂੰ 15,000 ਤੇ ਰੱਖ ਲੈਂਦੇ ਆ। ਅਸੀਂ ਸਾਰੀਆਂ ਗੱਲਾਂ ਜਿਹੜੀਆਂ ਲਾਗੂ ਕਰਾਂਗੇ ਅਸੀਂ, ਕਿਉਂਕਿ ਓਵਰਹਾਲਿੰਗ ਜੇ ਹੋਣੀ ਆ ਡਾਕਟਰਸ ਨਹੀਂ ਕਰਨੀ ਆ। ਮੈਨੂੰ ਇਹ ਵੀ ਪਤਾ ਆ ਕਈ ਵਾਰੀ ਮਰੀਜ਼ ਬਿਲਕੁਲ ਡੈਥ ਕਿਨਾਰੇ ਹੁੰਦਾ ਜੋ ਤੁਹਾਡੇ ਕੋਲ ਆਉਂਦਾ ਆ, ਜੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਪਬਲਿਕ ਕੁੱਟਣ ਲੱਗ ਜਾਂਦੀ ਹੈ, ਕੋਈ ਸੇਫਟੀ ਦੇ ਸਾਧਨ ਨਹੀਂ ਹੈਗੇ। ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਸਮਝਦੇ ਆ ਇਸ ਗੱਲ ਨੂੰ, ਪਰ ਇੱਕ ਕੋਈ ਮੰਦਭਾਗੀ ਘਟਨਾ ਹੋ ਗਈ ਤਾਂ ਮੈਂ ਤਾਂ ਉੱਤੇ ਗੱਲ ਕਰਦਾ ਵਿਰੋਧੀ ਸਿਆਸੀ ਪਾਰਟੀਆਂ ਭਗਵੰਤ ਮਾਨ ਸਾਹਿਬ ਅਸਤੀਫਾ ਦੇਣ। ਉਹ ਤੁਸੀਂ ਜੋ ਤੁਹਾਡਾ ਮੰਤਰੀ ਅੰਦਰ ਹੋ ਗਿਆ ਭ੍ਰਿਸ਼ਟਾਚਾਰ ਦੇ ਖੇਤ ਚ, ਤੁਸੀਂ ਧਰਨਾ ਦੇਣ ਲੱਗੇ। ਚਲੋ ਮੈਂ ਐਡ ਕਰਾਣਾ ਸਾਰਿਆਂ ਨੂੰ, ਇੱਕ ਵਾਰੀ ਐਡ ਕਰਾਂ। ਗਰੇਵਾਲ ਸਾਹਿਬ ਖੜਿਆਲ ਸਾਹਿਬ ਥੋੜੇ ਜਿਹਾ ਵੇਟ ਕਰੋ। ਗਰੇਵਾਲ ਸਾਹਿਬ ਕੁਝ ਕਹਿਣਾ। ਖੜਿਆਲ ਸਾਹਿਬ 20 ਸੈਕਿੰਡ ਤੁਹਾਨੂੰ ਪਲੀਜ਼। ਕੁਝ ਕਹਿਣਾ ਚਾਹ ਰਹੇ ਨੇ ਉਸ ਤੋਂ ਬਾਅਦ ਮੈਂ ਇੰਨੀ ਗੱਲ ਕਹਿ ਰਿਹਾ, ਦੋ ਚੀਜ਼ਾਂ। ਨੰਬਰ 1, ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਜ਼ਾ ਦਿੱਤੀ ਵੀਸੀ ਨੂੰ ਇਹ ਕਹਿ ਕੇ ਕਿ ਬੈੱਡ ਮਾੜਾ ਸੀਗਾ, ਵੀਸੀ ਦੀ ਰਿਸਪੌਂਸਿਬਿਲਿਟੀ ਕਿਉਂਕਿ ਟੌਪ ਤੇ ਬੈਠਾ ਹੈ। ਠੀਕ ਹੈ,
ਇਹੀ ਲੌਜਿਕ ਤੁਹਾਡੇ ਤੇ ਕਿਉਂ ਨਹੀਂ ਇੰਪਲੀਮੈਂਟ ਹੋਊਗਾ? ਕਿਉਂਕਿ ਹੈਲਥ ਮਿਨਿਸਟਰ ਤਾਂ ਭਗਵੰਤ ਮਾਨ ਸਾਹਿਬ ਦੇ ਕੈਬਨਿਟ 'ਚ ਹੈ, ਟੌਪ ਤੇ ਉਹ ਬੈਠੇ, ਉਹਨਾਂ ਨੂੰ ਇਹ ਗਲਤੀ ਦਾ ਖਾਮਿਆਜ਼ਾ ਭੁਗਤਣਾ ਚਾਹੀਦਾ। ਤੇ ਦੂਜੀ ਗੱਲ, ਜਿਹੜਾ ਇਹਨਾਂ ਦੇ ਹੈਲਥ ਮਿਨਿਸਟਰ ਨੇ ਹਜੇ ਤੱਕ ਕਿ ਉਹ ਸਮਝਦੇ ਆ ਵੀ ਮੈਂ ਠੀਕ ਕੀਤਾ, ਜੋ ਉਹਨਾਂ ਨੇ ਅਪੋਲੋਜਾਈਜ਼ ਨਹੀਂ ਕੀਤਾ। ਭਗਵੰਤ ਮਾਨ ਸਾਹਿਬ ਨੇ ਤਾਂ ਕੀਤਾ ਲੇਕਿਨ ਹੈਲਥ ਮਿਨਿਸਟਰ ਹਜੇ ਤੱਕ ਨਹੀਂ ਅਪੋਲੋਜਾਈਜ਼ ਕਰ ਰਿਹਾ। ਤੋ is he still ਕਾਇਮ on that ਕਿ ਮੈਂ ਠੀਕ ਕੀਤਾ ਜੋ ਵੀ ਕੀਤਾ? ਸੰਘੇੜਾ ਸਾਹਿਬ ਹੀ ਦੱਸੋ। ਠੀਕ ਹੈ, ਗਰੇਵਾਲ ਸਾਹਿਬ ਸੰਘੇੜਾ ਸਾਹਿਬ ਕਹਿੰਦੇ ਨੇ ਕਿ ਤੁਸੀਂ ਤਾਂ ਵਿਰੋਧ ਹੀ ਕਰਨਾ ਹੈ, ਤੁਸੀਂ ਇੱਕ ਪੈਟਰੋਲ ਦੀ ਬੋਟਲ ਤੇ ਇੱਕ ਮਾਚਿਸ ਰੱਖੀ ਹੋਈ ਹੈ ਕਿ ਜਿਹੜਾ ਮਰਜ਼ੀ ਮੁੱਦਾ ਆਵੇ ਉਸ ਦੇ ਵਿੱਚ ਤੁਸੀਂ ਜ਼ਰੂਰ ਸਵਾਲ ਚੁੱਕਣੇ, ਅੱਗ ਲਾਉਣ ਦਾ ਕੰਮ ਕਰਨਾ, ਇਸ ਤਰੀਕੇ ਨਾਲ ਉਹ ਕਹਿ ਰਹੇ ਨੇ। ਪਹਿਲਾਂ ਤਾਂ ਮੈਂ ਸੰਘੇੜਾ ਸਾਹਿਬ ਨੂੰ ਪੁੱਛਦਾ, ਇਹਨਾਂ ਨੂੰ ਪੁੱਛਦਾ 4 ਮਹੀਨੇ ਪਹਿਲਾਂ ਇਹ ਕੀ ਕਰਦੇ ਹੁੰਦੇ ਸੀਗੇ? ਉਹ ਭੁੱਲ ਗਏ ਇਹਨਾਂ ਨੂੰ। ਜੇ ਤੁਹਾਡੇ ਕੋਲ ਇਹਨਾਂ ਦੀ ਕੋਈ ਵੀਡੀਓ ਹੈਗੀ ਤਾਂ ਜ਼ਰੂਰ ਦਿਖਾ ਦਿਓ ਚੁਪਲਾ ਜੀ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਆਪੋਜੀਸ਼ਨ ਦਾ ਰੋਲ ਕੀ ਹੁੰਦਾ ਹੈ। ਦੂਸਰੀ ਗੱਲ ਇਹ ਕਹਿੰਦੇ ਕਿ ਮੰਤਰੀ ਇਮਾਨਦਾਰ, ਕਹਿੰਦੇ ਅਸੀਂ ਕਰਪਟ ਨੂੰ ਝੱਲਦੇ ਨਹੀਂ ਗਏ, ਇਹਨਾਂ ਦੇ ਕਰਪਟ ਜੇਲ੍ਹਾਂ 'ਚ ਬੈਠੇ ਆ। ਮੈਂ ਇਹਨਾਂ ਨੂੰ ਦੱਸਦਾ ਕਿ ਇਹਨਾਂ ਨੇ ਵਿਜੇ ਸਿੰਗਲਾ ਨੂੰ ਕੱਢਿਆ, ਬਹੁਤ ਵਧੀਆ ਗੱਲ ਕੀਤੀ ਕਰਪਸ਼ਨ ਦੀ, ਪਰ ਉਹ ਆਡੀਓ ਅੱਜ ਤੱਕ ਵੀ ਪਬਲਿਕ ਹੋਈ ਜਿਹਦੇ ਬੇਸਿਸ ਤੇ ਉਹਨੂੰ ਕੱਢਿਆ। ਦੂਸਰੀ ਗੱਲ, ਜੇ ਉਹ ਬੰਦਾ ਮਾੜਾ, ਇਹਨਾਂ ਦਾ ਬੰਦਾ ਆਪਣਾ, ਇਹਨਾਂ ਨੇ ਸਰਕਾਰ ਚੋਂ ਕੱਢਦਾ ਕਿ ਪਾਰਟੀ ਚੋਂ ਕਿਉਂ ਨਹੀਂ ਕੱਢਦੇ? ਵਾਟ ਇਜ਼ ਦੀ ਕੰਪਲਸ਼ਨ? ਕਿਉਂ ਬੈਠਾ ਉਹ ਐਜ਼ ਏ ਆਪ ਐਮਐਲਏ, ਉਹਨੂੰ ਸਸਪੈਂਡ ਤੇ ਐਕਸਪੈਲ ਨਹੀਂ ਕਰਦੇ ਜੀ? ਇਹਦਾ ਮਤਲਬ ਕਰਪਟ ਨਹੀਂ ਨਾ। ਜੇ ਕਰਪਟ ਆ ਤਾਂ ਫਿਰ ਉਹਨੂੰ ਰੱਖਿਆ ਗਿਆ ਹੋਇਆ। ਫਿਰ ਉਸ ਤੋਂ ਬਾਅਦ ਇਹ ਕਹਿੰਦੇ ਕਿ ਮੰਤਰੀ ਇਹਨਾਂ ਦਾ ਦਿੱਲੀ ਵਾਲਾ ਹੈਲਥ ਮਿਨਿਸਟਰ ਅੰਦਰ ਬੈਠਾ, ਉਹਨੂੰ ਸਰਕਾਰ ਚੋਂ ਸੈਕ ਨਹੀਂ ਕਰਦੇ। ਉਹਦੇ ਹੁਣ ਅਫਸੋਸ ਇਹ ਆ ਕਿ ਆਮ ਆਦਮੀ ਪਾਰਟੀ ਥਾਣੇਦਾਰ ਵੀ ਆਪ ਹੈ, ਵਕੀਲ ਵੀ ਆਪ ਹੈ, ਜੱਜ ਵੀ ਆਪ ਹੈ, ਫੈਸਲਾ ਵੀ ਆਪ ਕਰਦੇ ਆ। ਉਹਦੇ ਬਾਰੇ ਇਹਨਾਂ ਨੇ ਫੈਸਲਾ ਦਿੱਤਾ ਕਿ ਸਤਿੰਦਰ ਜੈਨ ਇਮਾਨਦਾਰ ਹੈ, ਈਡੀ ਵੈਂਡੇਟਾ ਕਰਦੀ ਹੈ, ਇਸ ਕਰਕੇ ਉਹਨੂੰ ਡਿਸਮਿਸ ਕਰਨ ਦੀ ਲੋੜ ਨਹੀਂ। ਹੁਣ ਜੇ ਇਹਨਾਂ ਨੇ ਫੈਸਲੇ ਐ ਕਰਨੇ ਤਾਂ ਫਿਰ ਸੰਘੇੜਾ ਸਾਹਿਬ ਜੋ ਅੱਜ ਕਹਿ ਰਿਹਾ ਠੀਕ ਹੈ। ਮੈਂ ਹੁਣ ਦੂਸਰੀ ਗੱਲ ਇਹਨਾਂ ਦੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਖਡਿਆਲ ਸਾਹਿਬ ਨੇ ਕਿਹਾ, ਮੈਂ ਇੱਕੋ ਗੱਲ ਕਹਿਣਾ ਕਿ ਲੋਨ ਲਿਆ ਉਹਦੀ ਪ੍ਰੋਪਰ ਡਿਸਟ੍ਰੀਬਿਊਸ਼ਨ ਕਰਦੇ, ਕੁਛ ਹੈਲਥ ਨੂੰ ਵੀ ਦਿੰਦੇ। ਹੁਣ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਕਲੀਨਿਕ ਤੇ ਰੌਲਾ ਪਾ ਰਹੇ। ਪਹਿਲੀ ਤਾਂ ਗੱਲ ਸੰਘੇੜਾ ਸਾਹਿਬ ਤੋਂ ਪੁੱਛਣਾ ਮੇਥੋਂ ਬਾਅਦ ਕਿ ਜਦ ਆਪਾਂ ਮੁਹੱਲਾ ਕਲੀਨਿਕ ਐਸੀ, ਹੁਣ ਆਮ ਆਦਮੀ ਪਾਰਟੀ ਕਲੀਨਿਕ ਕਿਉਂ ਬਣ ਗਿਆ? ਉਹ ਆਮ ਆਦਮੀ ਕਲੀਨਿਕ ਕਿਉਂ ਬਣ ਗਿਆ? ਦੂਸਰੀ ਗੱਲ, ਜੇ ਸਕੂਲ ਬੰਦ ਕਰਕੇ ਹਸਪਤਾਲ ਬਣਾ ਦੋ, ਮਸਜਿਦ ਬਣਾ ਦੋ, ਗੁਰਦੁਆਰਾ ਬਣਾ ਦੋ, ਜਸਟੀਫਾਈਡ ਹੈ? ਬਜਾਏ ਸੇਵਾ ਕੇਂਦਰਾਂ ਨੂੰ ਦੁਬਾਰਾ ਸ਼ੁਰੂ ਕਰਨ ਦੇ, ਲੋਕਾਂ ਦੀ ਕਨਵੀਨੀਅੰਸ ਲਈ, ਲੋਕਾਂ ਦੀ ਫੈਸਿਲਿਟੇਸ਼ਨ ਬਾਰੇ ਬਣੇ ਸੀ, ਉਹਨਾਂ ਨੂੰ ਬੰਦ ਕਰਕੇ ਜੋ ਮੁਹਾਲੀ ਵਾਲਾ ਹੈਗਾ, ਜਿਹੜਾ ਆਰਟੀਆਈ ਐਕਟਿਵਿਸਟ ਨੇ ਕੱਢਿਆ 20 ਲੱਖ ਰੁਪਇਆ ਉਹਦੀ ਰੈਨੋਵੇਸ਼ਨ ਤੇ ਲੱਗਿਆ, ਜਦ ਕਿ 15 ਲੱਖ ਹੋਰ ਪਾ ਕੇ ਇੱਕ ਨਵਾਂ ਵਜਾ ਬਣ ਜਾਣਾ ਸੀ। ਆਪਾਂ ਇੱਕ ਚੀਜ਼ ਉਜਾੜ ਕੇ ਦੂਜੀ ਵਸਾਉਣ ਦੀ ਗੱਲ ਕਰਦੇ ਆ, ਜਿਵੇਂ ਹੁਣੇ ਡਾਕਟਰ ਬੇਦੀ ਸਾਹਿਬ ਨੇ ਕਿਹਾ। 5 ਸੈਕਿੰਡ ਦੇ ਦਿਓ। 1 ਸੈਕਿੰਡ, ਸ਼ੁਕਲਾ ਬਹੁਤ ਜ਼ਰੂਰੀ ਹੈ। ਨਹੀਂ ਗਰੇਵਾਲ ਸਾਹਿਬ, ਤੁਸੀਂ ਲੀਗਲੀ ਸਾਊਂਡ ਵਿਅਕਤੀ ਹੋ, ਇੰਨੇ ਤੁਹਾਨੂੰ ਇੰਨਾ ਨਹੀਂ ਕਰਨਾ ਚਾਹੀਦਾ। ਤੁਸੀਂ ਜਿਹੜਾ 20 ਲੱਖ ਦਾ ਘਪਲਾ ਹੋ ਗਿਆ ਨਾ, ਤੁਸੀਂ ਚਿੱਠੀ ਲਿਖੋ ਵਿਜੀਲੈਂਸ ਦੇ ਮੁਖੀ ਨੂੰ, ਮੈਂ ਵੀ ਦਸਤਖਤ ਕਰ ਦੂੰਗਾ ਥੱਲੇ। ਇਦਾਂ ਦੀ ਕੋਈ ਗੱਲ ਨਹੀਂ, ਆਪਾਂ ਇਦਾਂ ਨਾ ਪਈਏ, ਚਿੱਕੜ ਉਛਾਲੀ ਚ ਨਾ ਪਈਏ। ਮਸਲਾ ਕੋਈ ਹੋਰ, ਆਪਾਂ ਗੱਲ ਕੋਈ ਹੋਰ ਕਰਨ ਲੱਗੇ। ਕੋਈ ਸੇਵਾ ਕੇਂਦਰ ਬੰਦ ਨਹੀਂ ਕੀਤਾ, ਕੋਈ ਸੇਵਾ ਕੇਂਦਰ ਨਹੀਂ ਬੰਦ ਕੀਤਾ। ਜਿਹੜੀਆਂ ਖਾਲੀ ਪਈਆਂ ਉਹਨਾਂ ਨੂੰ ਸੇਵਾ ਕੇਂਦਰ ਕੀ ਬਣਿਆ? ਤੁਸੀਂ ਤੁਹਾਨੂੰ ਫਿਰ ਦੇਖੋ, ਇੱਥੇ ਮੇਰੀ ਗੱਲ ਦਾ ਬੁਰਾ ਨਾ ਮੰਨਣਾ, ਫਿਰ ਦਾ ਮਤਲਬ ਤੁਹਾਨੂੰ ਨੌਲੇਜ ਨਹੀਂ। ਉਹਨਾਂ ਨੇ ਆਫੀਸ਼ੀਅਲੀ ਕਿਹਾ ਕਿ ਜਿਹੜੇ ਸੇਵਾ ਕੇਂਦਰ ਆ ਉਹਨਾਂ ਨੂੰ ਅਸੀਂ ਕਲੀਨਿਕਸ ਵਿੱਚ ਕਨਵਰਟ ਕਰ ਰਹੇ ਹਾਂ। ਸੇਵਾ ਕੇਂਦਰ ਸਾਹਿਬ ਸਰਕਾਰ ਦੀਆਂ ਆ, ਸਰਕਾਰ ਨੇ ਯੂਜ਼ ਕਰਨੀਆਂ ਆ, ਉਹ ਸਰਕਾਰ ਨੇ ਯੂਜ਼ ਕਰਨੀਆਂ। ਜਿਹੜੀ ਪ੍ਰਾਪਰਟੀ ਪਈ ਆ ਉਹ ਯੂਜ਼ ਕਰਨੀ ਆ, ਕੋਈ ਬੰਦ ਨਹੀਂ ਕੀਤਾ। ਅਸੀਂ ਰੈਸ਼ਨਲਾਈਜ਼ ਕਰ ਰਹੇ ਹਾਂ, ਜਿੱਥੇ ਕਿਤੇ ਵੀ ਸਹੂਲਤ ਲੋੜ ਪਈ ਨਵੇਂ ਵੀ ਖੋਲਾਂਗੇ। ਚਲੋ ਭਾਈ ਇਸ਼ੂ ਦੇ ਉੱਤੇ ਰਹੀਏ ਸਰ। ਮੈਂ ਕਿਸੇ ਵੀ ਡਿਬੇਟ ਦੇ ਤੱਕ ਕਾਂਗਰਸ ਨੇ ਬੰਦ ਕੀਤੇ ਸੀ, ਅਸੀਂ ਨਹੀਂ ਕਰ ਰਹੇ, ਅਸੀਂ ਨਹੀਂ ਕਰ ਰਹੇ ਗਰੇਵਾਲ ਸਾਹਿਬ। ਜੀ ਤਰੀਕਾ ਨਹੀਂ, ਕਾਲੀਆ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਜ਼ਰੂਰਤ ਹੈ ਜੀ। ਮੈਂ ਇੱਕ ਗੱਲ ਪੁੱਛਦਾ ਸੰਘੇੜਾ ਸਾਹਿਬ, 4 ਮਹੀਨੇ ਹੋ ਗਏ ਸਾਡੇ ਲੁਧਿਆਣੇ ਅਸੀਂ 4 ਵੱਡੇ ਮਿਨੀ ਸਿਵਲ ਹਸਪਤਾਲ ਬਣਾਏ ਸੀ। ਉਹਨਾਂ ਤਿੰਨੋਂ ਦੇ 3 ਸਾਡੇ ਵੇਲੇ ਚੱਲਦੇ ਸੀ, ਉਹਨਾਂ ਨਾਲ ਜੇ ਡਾਕਟਰ ਵੀ ਨਹੀਂ। ਸਿਰਫ ਕਰੋਨਾ ਵੇਲੇ ਉੱਥੇ ਕਰੋਨਾ ਦੀ ਵੈਕਸੀਨੇਸ਼ਨ ਹੋਈ ਹੈ। ਤੁਸੀਂ ਨਵੇਂ ਬਣਾਉਣ ਨੂੰ ਆਪਾਂ ਛਾਲਾ ਚੱਕੀ ਜਾਂਦੇ ਆ। ਸਾਡੇ ਉੱਥੇ ਵਰਧਮਾਨ ਦੇ ਪਿੱਛੇ ਹਸਪੀਟਲ ਬਣਿਆ ਹੋਇਆ 50 ਬੈੱਡ ਦਾ, ਜਵੱਦੀ ਵਿੱਚ ਬਣਿਆ ਹੋਇਆ ਨਾ, ਉੱਥੇ ਡਾਕਟਰ ਨਾ ਪੈਰਾਮੈਡੀਕਲ ਸਟਾਫ। ਆਪਾਂ ਨਵਾਂ ਡਰਾਮਾ ਕਰੀ ਜਾਂਦੇ ਆ। ਉਹ ਸਰਦਾਰ ਸਾਹਿਬ ਜਿਹੜੇ ਬਣੇ ਹੋਏ ਉਹਨਾਂ ਨੂੰ ਸਾਂਭੋ। ਦੇਖੋ ਜਿਹੜਾ ਤੁਹਾਡਾ ਟਰੈਕ ਰਿਕਾਰਡ ਬਣੇ ਹੋਏ ਵੀ ਨਾਲ ਚੱਲਣਗੇ। ਠੀਕ ਹੈ, ਮੁਹੱਲਾ ਕਲੀਨਿਕ ਦੇ ਉੱਤੇ ਗਰੇਵਾਲ ਸਾਹਿਬ, ਮੈਂ ਇੱਕ ਵਾਰੀ ਕਾਲੀਆ ਸਾਹਿਬ ਦਾ ਰੁਕ ਕਰ ਲਾਂ। ਮਨੋਰੰਜਨ ਕਾਲੀਆ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਨਹੀਂ ਠੀਕ ਹੈ, ਆਪਾਂ ਡਿਬੇਟ ਇਸੇ ਪੁਆਇੰਟ ਦੇ ਉੱਤੇ ਰਹੀਏ। ਨਹੀਂ, ਇੱਕ ਸੈਕਿੰਡ ਕੰਪਲੀਟ ਕਰ ਲਓ ਪਲੀਜ਼। ਹਾਂਜੀ, ਦੇਖੋ ਤੁਹਾਡਾ ਟਰੈਕ ਰਿਕਾਰਡ ਹੈ ਜਿਹੜਾ ਬੜਾ ਡਾਊਟਫੁਲ ਹੈ।
ਸਭ ਤੋਂ ਵੱਧ ਕਰੋਨਾ ਨਾਲ ਡੈਥ ਦਿੱਲੀ ਆਕਸੀਜਨ ਦੀ ਸ਼ਾਰਟੇਜ ਕਰਕੇ ਹੋਈ ਸੀ। ਤੁਹਾਡੀਆਂ ਹੈਲਥ ਸਰਵਿਸ ਬਾਰੇ ਜੋ ਕੰਟਰੀਬਿਊਸ਼ਨ ਹੈ ਉਹ ਸਭ ਨੂੰ ਪਤਾ ਹੈਗਾ। ਪੰਜਾਬ ਹੁਣ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਪੰਜਾਬ ਦੀਆਂ ਐਂਡ ਤੇ ਤੁਸੀਂ ਜਿਵੇਂ ਦਿੱਲੀ ਉਹ ਇਲਜ਼ਾਮ ਲਗਾਉਣ ਲੱਗ ਗਏ ਉਹੀ ਕਹਿੰਦੇ ਕਿ ਦੇਰ ਨਾ ਹੋ ਜੇ ਮਸਲਾ ਇਸ ਦੇ ਉੱਤੇ ਰਹੀ ਹੈ। ਹਾਂ, ਜਿਹੜਾ ਇਨਫਰਾ ਹੈ ਉਹ ਕਿਵੇਂ ਮਜ਼ਬੂਤ ਹੋਏਗਾ, ਪੁਆਇੰਟ ਤਾਂ ਇਹੀ ਹੈ ਕਿ ਤਕਰਾਰ ਤੋਂ ਬਾਅਦ ਵੀ ਜੇ ਗੱਦੇ ਖਰਾਬ ਨੇ ਤਾਂ ਫਿਰ ਠੀਕ ਕਿਵੇਂ ਹੋਣਗੇ। ਕਾਲੀਆ ਜੀ, ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਆਉਂਗਾ, ਮੈਂ ਇੱਕ ਵਾਰੀ ਮਨੋਰੰਜਨ ਕਾਲੀਆ ਦਾ ਰੁਖ ਕਰ ਲਵਾਂ। ਸਰ, ਵਿਵਾਦ ਦਾ ਤਾਂ ਬੜਾ ਜ਼ਿਕਰ ਹੋ ਰਿਹਾ ਇਸ ਸਮੇਂ, ਪਰ ਗੱਲ ਇਹ ਹੈ ਕਿ ਹਰ ਪੁਆਇੰਟ ਦੇ ਉੱਤੇ ਜੇ ਤਲਖੀ ਹੋਈ ਹੈ ਕਿਸੇ ਪੁਆਇੰਟ ਦੇ ਉੱਤੇ ਤਾਂ ਉਸ ਨੂੰ ਛੱਡ ਕੇ ਅੱਗੇ ਵਧਣ ਦੀ ਲੋੜ ਨਹੀਂ ਕਿ ਆਪਾਂ ਗੱਲ ਕਰੀਏ ਕਿ ਗੱਦੇ ਕਿਵੇਂ ਬਦਲੇ ਜਾਣਗੇ ਜਾਂ ਹੋਰ ਜਿਹੜੀਆਂ ਸਹੂਲਤਾਂ ਉਹ ਕਿਵੇਂ ਠੀਕ ਹੋਣਗੀਆਂ। ਮੈਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉੱਥੇ ਹੀ ਆ ਰਿਹਾ। ਸੰਘੇੜਾ ਸਾਹਿਬ ਨੇ ਕਿਹਾ ਕਿ ਅਸੀਂ ਸੁਧਾਰ ਕਰ ਰਹੇ ਹਾਂ। ਹੁਣ ਹੈਲਥ ਮਿਨਿਸਟਰ ਬਾਬਾ ਫਰੀਦ ਯੂਨੀਵਰਸਿਟੀ ਗਏ, ਨੈਟ ਰਿਜ਼ਲਟ ਕਿਆ ਸੁਧਾਰ ਹੋਇਆ? ਉਲਟਾ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਉਹਨਾਂ ਨੇ ਰਿਜ਼ਾਈਨ ਕਰਤਾ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਜਿਹੜਾ ਸੁਧਾਰ ਕਰਨਾ ਸੀਗਾ ਕੰਮ ਵਿਗਾੜ ਰਿਹਾ ਹੈ ਇਹਨਾਂ ਦੀ ਆਪਣੀ ਵਰਕਿੰਗ। ਸਵਾਲ ਇਹ, ਪਹਿਲਾਂ ਤਾਂ ਸੁਧਾਰ ਕਰੋ ਹੈਲਥ ਮਿਨਿਸਟਰ ਆਪਣੀ ਵਰਕਿੰਗ ਨੂੰ, ਉਹ ਸੁਧਾਰੇ ਕਿ ਵੀ ਜਦੋਂ ਕਿਤੇ ਜਾਣਾ ਇਕੱਲੇ ਨਹੀਂ ਜਾਣਾ, ਆਪਣਾ ਪ੍ਰਿੰਸੀਪਲ ਸੈਕਟਰੀ ਜਾਂ ਡਾਇਰੈਕਟਰ ਨਾਲ ਲੈ ਕੇ ਜਾਵੇ। ਕਿਉਂਕਿ ਮਿਨਿਸਟਰ ਦਾ ਕੰਮ ਇਹ ਹੁੰਦਾ ਹੈ ਕਿ ਭਾਈ ਟੂ ਗੈਟ ਦਾ ਵਰਕ ਡਨ, ਕੰਮ ਲੈਣਾ ਹੈ, ਕਰਨਾ ਨਹੀਂ ਹੈ, ਬਦਕਲਾਮੀ ਨਹੀਂ ਕਰਨੀ। ਫਿਰ ਇਹ ਹੁੰਦਾ, ਦੇਖੋ ਅਸੀਂ ਵੀ ਸਾਰੇ ਅਹੁਦੇ ਤੇ ਰਹੇ ਹਾਂ ਜਾਂ ਬਾਕੀ ਵੀ ਰਹੇ ਆ, ਕਦੀ ਐਦਾਂ ਨਹੀਂ ਹੋਇਆ ਕਿ ਤੂੰ ਮੈਂ ਕਰੀਏ। ਔਰ ਤੂੰ ਮੈਂ ਨਾਲ ਇੱਕ ਵਰਲਡ ਰਿਨੋਨਡ ਤੁਸੀਂ ਸਰਜਨ ਗਵਾ ਲਿਆ, ਤੁਸੀਂ ਜਿਹੜਾ ਵਾਈਸ ਚਾਂਸਲਰ ਗਵਾ ਲਿਆ ਉੱਥੋਂ। ਇਹ ਤੋਂ ਬੈਟਰ ਬੰਦਾ ਜਿਹੜਾ ਹੈਗਾ ਤੁਸੀਂ ਇਹ ਤੋਂ ਵਧੀਆ ਕੁਆਲੀਫਿਕੇਸ਼ਨ ਵਾਲਾ, ਪਰ ਇਸ ਤਰ੍ਹਾਂ ਦਾ ਬੰਦਾ ਲੱਭਣਾ ਮੁਸ਼ਕਿਲ ਹੈ। ਫਿਰ ਇਹ ਹੈਗਾ ਕਿ ਸੁਧਾਰ ਤੁਸੀਂ ਇਹ ਦੇਖੋ ਕਿ ਵੀ ਕੋਈ ਸਿਸਟਮ ਹੁੰਦਾ, ਕੋਈ ਤਰੀਕਾ ਹੁੰਦਾ। ਹੁਣ ਗੱਦਿਆਂ ਦੀ ਗੱਲ ਹੈ, ਗੱਦੇ ਠੀਕ ਹੈ, ਉਹਦਾ ਮੈਡੀਕਲ ਸੁਪਰਡੈਂਟ ਰਿਸਪੌਂਸਿਬਲ ਹੈ। ਮੈਂ ਫਿਰ ਕਹਿ ਰਿਹਾ ਮੈਡੀਕਲ ਕਾਲਜ ਦਾ। ਹੁਣ ਮੈਡੀਕਲ ਕਾਲਜ ਦੇ ਸੁਪਰਡੈਂਟ ਨੂੰ ਤੁਸੀਂ ਪੁੱਛਿਆ ਨਹੀਂ, ਤੁਸੀਂ ਉਹਨਾਂ ਨਾਲ ਜਵਾਬਦੇਹੀ ਹੋਈ ਨਹੀਂ ਹੈ, ਤੇ ਤੁਸੀਂ ਵਾਈਸ ਚਾਂਸਲਰ ਨੂੰ ਕਰੂਸੀਫਾਈ ਕਰ ਰਹੇ ਹੋ। ਜਿਹੜੀ ਗੱਲ ਆਪਣੇ ਡਾਕਟਰ ਸਾਹਿਬ ਨੇ ਕਹੀ, ਮਾਫੀ ਚਾਹਨਾ ਵਿਚਾਲੇ ਰੁਕਦੇ ਤੁਸੀਂ ਮੁੱਖ ਮੰਤਰੀ ਨੂੰ ਲਾ ਦਿਓ। ਮਤਲਬ ਸਰ ਦੇਖੋ, ਇੱਕ ਸਵਾਲ ਤਾਂ ਹੈ ਨਾ ਕਿ ਸਾਬਕਾ ਸਰਕਾਰਾਂ ਨੂੰ ਤੁਸੀਂ ਕਲੀਨ ਚਿਟ ਨਹੀਂ ਨਾ ਦੇ ਸਕਦੇ ਸਰ, ਕਿ ਜੇ ਗੱਦੇ ਅੱਜ ਖਰਾਬ ਨੇ, ਅੱਜ ਹਸਪਤਾਲ ਦੇ ਵਿੱਚ ਕੋਈ ਸਹੂਲਤ ਦੀ ਘਾਟ ਹੈ, ਤਾਂ ਜਿਹੜੀਆਂ ਸਾਬਕਾ ਸਰਕਾਰਾਂ ਨੇ ਉਹ ਤਾਂ ਸਵਾਲਾਂ ਦੇ ਕਟਹਿਰੇ 'ਚ ਰਹਿਣਗੀਆਂ। ਸ਼ੁਕਲਾ ਜੀ ਇਹ ਜਿਹੜਾ ਨਾ ਵੀਅਰ ਐਂਡ ਟੀਅਰ ਹੁੰਦਾ, ਤੁਸੀਂ ਆਪਣੇ ਘਰ 'ਚ ਵੀ ਗੱਦੇ ਲਿਆਉਂਦੇ ਹੋ, ਤੁਸੀਂ 8-10 ਸਾਲ ਬਾਅਦ ਬਦਲਦੇ ਨਹੀਂ। ਸਵਾਲ ਇਹ ਵੀਅਰ ਐਂਡ ਟੀਅਰ 'ਚ ਹੈ। ਉਹਦੇ ਵੀਅਰ ਐਂਡ ਟੀਅਰ ਦੇ ਲਈ ਜਿਹੜਾ ਹੈਗਾ ਉਹ ਵੀਅਰ ਐਂਡ ਟੀਅਰ ਕਦੋਂ ਲਿਆਂਦਾ ਗਿਆ, ਇਹਦੀ ਇਨਵੈਸਟੀਗੇਸ਼ਨ ਪਹਿਲਾਂ ਹੋਵੇ। ਇਹ ਤਾਂ ਨਹੀਂ ਕਿ ਸਾਰੇ ਗੱਦੇ ਖਰਾਬ ਆਏ ਆ। ਹੁਣ ਵੀਅਰ ਐਂਡ ਟੀਅਰ 'ਚ ਆਇਆ ਕਿ ਕਿਆ ਇਹਨਾਂ ਨੇ ਪੈਸੇ ਦਿੱਤੇ ਤਾਂ ਹੀ ਉਹ ਸੁਧਾਰ ਹੋਏਗਾ ਨਾ। ਪੈਸੇ ਤਾਂ ਆਪਾਂ ਦਿੱਤੇ ਨਹੀਂ ਹੈਗੇ ਆ, ਤਾਂ ਉਹਦੇ 'ਚ ਹੈਗਾ ਕਿ ਆਪਣਾ ਪਹਿਲਾਂ ਤਰੀਕਾ ਠੀਕ ਕਰੋ। ਜਿੱਦ ਤੱਕ ਸਵਾਲ ਇਹ ਹੈਗਾ ਆਪਾਂ ਕੰਮ ਵਿਗਾੜ ਰਹੇ ਹਾਂ, ਸੁਧਾਰ ਨਹੀਂ ਰਹੇ। ਦੂਸਰੀ ਗੱਲ ਜਿਹੜੀ ਮੁਹੱਲਾ ਕਲੀਨਿਕ ਦੀ ਹੈ, ਮੈਂ ਵੈਲਕਮ ਕਰਦਾ ਮੁਹੱਲਾ ਕਲੀਨਿਕ, ਲੇਕਿਨ ਮੁਹੱਲਾ ਕਲੀਨਿਕ ਦਾ ਮਤਲਬ ਇਹ ਹੈ ਕਿ ਹਸਪਤਾਲ ਦੇ ਵਿੱਚ ਸਾਰੀਆਂ ਦਵਾਈਆਂ, ਸਾਰੇ ਡਾਕਟਰ ਬਿਲਕੁਲ ਹੈਗੇ ਆ। ਹੁਣ ਅਸੀਂ ਮੈਡੀਕਲ ਫੈਸਿਲਿਟੀ ਐਟ ਦਾ ਡੋਰ ਸਟੈਪ ਆਫ ਦਾ ਪੇਸ਼ੈਂਟ ਲੈ ਕੇ ਜਾ ਰਹੇ ਹਾਂ। ਹੁਣ ਸਵਾਲ ਇਹ ਹੈ ਕਿ ਹਸਪਤਾਲ ਤਾਂ ਤੁਹਾਡੇ ਜਿਹੜੇ ਹੈਗੇ ਨਾ ਦਵਾਈਆਂ ਤੋਂ ਸਖਣੇ ਆ, ਡਾਕਟਰ ਹੈ ਨਹੀਂ। ਫਿਰ ਇਹ ਹੈਗਾ ਜਿਹੜਾ ਮੈਸੇਜ ਗਿਆ, ਅੱਜ ਤੁਸੀਂ ਦੇਖੋ ਕਿ ਡਾਕਟਰ ਦੀ ਸ਼ਾਰਟੇਜ ਹੈ। ਹੁਣ ਜਿਹੜਾ ਡਾਕਟਰ ਹੈਗਾ, ਤੁਸੀਂ ਦੇਖੋ ਕੰਮ ਕਰਨ ਨੂੰ ਸਰਕਾਰੀ ਜਿਹੜਾ ਨਾ ਨੌਕਰੀ ਕਰਨ ਨੂੰ ਤਿਆਰ ਨਹੀਂ ਹੈ, ਮਿੰਤਾ ਪਾ ਕੇ ਤਾਂ ਲਿਆਉਂਦੇ ਆ ਜਾਂ ਰਿਟਾਇਰਡ EMPLOYE ਕਰਦੇ ਆ। ਤੇ ਤੁਸੀਂ ਹੁਣ ਇਹਦੇ ਨਾਲ ਇਹ ਜਿਹੜਾ ਸੁਧਾਰ ਕਰ ਰਹੇ ਹੋ, ਇਹਦੇ ਨਾਲ ਵਿਗਾੜ ਰਹੇ ਹੋ। ਡਾਕਟਰ ਬਾਕੀਆਂ ਨੇ ਵੀ ਛੱਡ ਜਾਣਾ ਜਿਹੜੀ ਸਰਵਿਸਿਜ਼ ਹੈਗੀਆਂ, ਮੈਡੀਕਲ ਸਰਵਿਸਿਜ਼। ਸਵਾਲ ਇਹ ਬੜਾ ਚਿੰਤਾ ਦਾ ਵਿਸ਼ੇ ਹੈ। ਤੁਸੀਂ ਲੈ ਆਏ ਹੋ ਇਹੀ ਹਾਲਾਤ ਨੇ ਮੇਰਾ ਸਾਹਿਬ ਇੰਨੀ ਗੱਲ ਦੱਸ ਦਿਓ, ਬਸ ਇੰਨੀ ਗੱਲ ਦੱਸ ਦਿਓ ਜੇ ਬਾਕੀ ਜੋ ਕਹਿੰਦੇ ਹੋ ਯੂ ਮੀਨ ਇਟ। ਮੇਰੇ ਸੰਘੇੜਾ ਸਾਹਿਬ ਜੋ ਕਹਿ ਰਹੇ ਹੋ ਤੁਸੀਂ ਵਾਕਈ ਮੀਨ ਕਰਦੇ ਹੋ। ਤੁਸੀਂ ਕਿਹਾ ਅਸੀਂ ਡਾਕਟਰਸ ਦੀ ਰਿਸਪੈਕਟ ਕਰਦੇ ਹਾਂ। IMA, IOA, PCMSA ਇਹ ਤਿੰਨਾਂ ਨੇ ਕਿਹਾ ਵੀ ਤੁਹਾਡਾ ਮਿਨਿਸਟਰ ਜਿਹੜਾ ਰਿਜ਼ਾਈਨ ਕਰੇ, ਰਿਜ਼ਾਈਨ 15,000 ਦੇ ਡਾਕਟਰ ਰੱਖਿਆ ਕਿ ਨਹੀਂ? ਔਰ ਤੁਸੀਂ 15,000 ਤੇ ਕਾਲੀਆ ਸਾਹਿਬ ਵੀ ਕੁਝ ਕਹਿ ਰਹੇ ਨੇ, ਇੱਕ ਗੱਲ ਪਹੁੰਚ ਜਾਵੇ, ਇੱਕ ਕਰਕੇ ਗੱਲ ਪਹੁੰਚ ਜਾਵੇ ਸਰ। ਠੀਕ ਤਾਂ ਕਰਾਂਗੇ। ਇੱਕ ਸੈਕਿੰਡ ਖੜਿਆਲ ਸਾਹਿਬ ਸੰਘੇੜਾ ਜੀ ਪਲੀਜ਼ 10 ਸੈਕਿੰਡ ਦਿਓ, ਆਪਣੇ ਕੋਲ ਸਮਾਂ ਖਰਾਬ ਹੋਏਗਾ। ਕਾਲੀਆ ਜੀ ਕੰਪਲੀਟ ਕਰ ਲਓ ਪਲੀਜ਼, 10 ਸੈਕਿੰਡਸ ਨੇ। ਕਾਲੀਆ ਜੀ ਨੂੰ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਤੁਸੀਂ ਦੇਖੋ ਆਪਾਂ ਜੋ ਕੁਝ ਤੁਹਾਡੇ ਮੰਤਰੀ ਨੇ ਕੀਤਾ ਸੰਘੇੜਾ ਸਾਹਿਬ, ਤੁਸੀਂ ਉਹੀ ਕਰ ਰਹੇ ਹੋ। ਤੁਸੀਂ ਵੀ ਕੰਮ ਜਿਹੜਾ ਨਾ ਜੀ ਤੁਸੀਂ ਇੰਟਰਫੇਅਰ ਕਰ ਰਹੇ ਹੋ। ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ। ਤੁਸੀਂ ਕਿਹਾ ਇੱਕ ਹਸਪਤਾਲ ਸੁਧਾਰਿਆ, ਮੈਂ 150 ਹਸਪਤਾਲ 421 ਕਰੋੜ ਰੁਪਏ ਲੱਗਾ ਸੀਗਾ ਔਰ ਰਿਜੂਵਨੇਟ ਕੀਤਾ, ਪੂਰੇ ਨਵੇਂ ਕੰਸਟਰਕਸ਼ਨ ਕੀਤੇ, ਉੱਥੇ ਮਸ਼ੀਨਰੀ ਵੀ ਪੂਰੀ ਲਿਆਈ ਔਰ ਵਧੀਆ ਚੱਲਦੇ ਸੀਗੇ। ਉਹਦੇ ਬਾਅਦ ਸਰਕਾਰਾਂ ਨੇ ਮੇਨਟੇਨ ਨਹੀਂ ਕੀਤਾ। ਜਿੱਦ ਤੱਕ ਸਵਾਲ ਇਹ ਹੈਗਾ, ਹੁਣ ਆਪਾਂ ਜਿੱਦ ਤੱਕ ਸਵਾਲ ਮੁਹੱਲਾ ਕਲੀਨਿਕ ਦਾ ਵੀ ਮੈਂ ਕਹਿ ਰਿਹਾ ਭਾਈ ਤੁਸੀਂ ਪਹਿਲਾਂ ਹਸਪਤਾਲ ਸੁਧਾਰੋ, ਫਿਰ ਉਹਦੇ ਬਾਅਦ ਆਓ ਮੁਹੱਲਾ ਕਲੀਨਿਕ। ਠੀਕ ਹੈ ਸਰ, ਜਵਾਬ ਮੇਰੇ ਕੋਲ ਸਮਾਂ ਖਤਮ ਹੋ ਰਿਹਾ ਹੈ। ਕਰਦੇ ਪਏ ਸਰ ਮੈਂ ਮਾਫੀ ਚਾਹੁੰਦਾ ਵਿਚਾਲੇ ਰੁਕਦੇ ਹਾਂ, ਮੇਰੇ ਕੋਲ ਸਮਾਂ ਖਤਮ ਹੋ ਰਿਹਾ ਸਰ। ਖੜਿਆਲ ਸਾਹਿਬ ਕੁਝ ਕਹਿ ਰਹੇ ਨੇ।
ਮੈਂ ਠੀਕ ਇੰਨੀ ਹੈ ਗੱਲ ਸਰ, ਤੁਹਾਡਾ ਕਹਿ- ਲੌਜੀਕ ਠੀਕ ਹੈ ਕਿ ਜੇ ਜੋ ਮੌਜੂਦਾ ਹੈ ਉਸ ਨੂੰ ਆਪਾਂ ਸੈੱਟ ਕਰ ਲਈ, ਉਸ ਤੋਂ ਬਾਅਦ ਅਗਲੇ ਸਟੈਪ ਬਾਰੇ ਸੋਚਦੇ ਹਾਂ। ਮੈਂ ਇਸ ਦੇ ਉੱਤੇ ਜਵਾਬ ਲਵਾਂਗਾ। ਖੜਿਆਲ ਜੀ। ਗੌਰਵ ਜੀ, ਆਹੀ ਗੱਲ ਨੰਬਰ 1 ਆਈਸੋਲੇਟਡ ਇਨਸੀਡੈਂਟ ਨਹੀਂ ਹੈ। ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ 4 ਮਹੀਨਿਆਂ ਦੇ ਵਿੱਚ ਡੀਐਮਸੀ ਦੇ ਡਾਇਰੈਕਟਰ ਪ੍ਰਿੰਸੀਪਲ ਨੇ, ਸੈਕਟਰੀ ਨੇ, ਮੈਡੀਕਲ ਸੁਪਰਡੈਂਟੈਂਟ ਨੇ, ਏਵੀਸੀ ਸਾਹਿਬ ਨੇ, ਬਹੁਤਾਂ ਨੇ ਰਿਜ਼ਾਈਨ ਕੀਤਾ ਹੈ ਬਿਕੋਜ਼ ਆਮ ਆਦਮੀ ਪਾਰਟੀ ਪ੍ਰੈਸ਼ਰ ਹੀ ਇਹ ਜਿਹਾ ਮਾਊਂਟ ਕਰ ਰਹੀ ਹੈ ਤੇ ਉਹਨੇ ਹੁੰਦੇ ਓਵਰ ਐਕਸਾਈਟਡ ਵੀ ਅਸੀਂ ਕੁਝ ਕਰਕੇ ਦਿਖਾਉਣਾ ਹੈ। ਉਹਦੇ ਕਰਕੇ ਕੋਈ ਡੀਐਸਪੀ ਦੇ ਆਫਿਸ ਜਾ ਕੇ ਉਹਦੀ ਕੁਰਸੀ ਤੇ ਬਹਿ ਜਾਂਦਾ, ਕੋਈ ਹਸਪਤਾਲ 'ਚ ਬਗੈਰ ਪ੍ਰੀਕਾਸ਼ਨ ਦੇ ਚਲਾ ਜਾਂਦਾ ਹੈ। ਇਹ ਚੀਜ਼ ਨੂੰ ਫੁੱਲ ਸਟਾਪ ਲਾਉਣਾ ਪੈਣਾ। ਤੇ ਦੂਜੀ ਗੱਲ, ਜੇ ਸੰਘੇੜਾ ਸਾਹਿਬ ਜੋ ਕਹਿੰਦੇ ਹੈ ਹੀ ਮੀਨਸ ਇਟ, ਤਾਂ ਆਈਐਮਏ ਨੇ ਜੋ ਕਿਹਾ, ਆਈਓਏ ਨੇ ਜੋ ਕਿਹਾ, ਪੀਸੀਐਮਐਸਏ, ਤਿੰਨੇ ਡਾਕਟਰਸ ਦੀ ਐਸੋਸੀਏਸ਼ਨ ਹੈ, ਤਿੰਨਾਂ ਨੇ, ਹਜੇ ਤਾਂ ਹੋਰਾਂ ਨੇ ਵੀ ਮੰਗਿਆ ਹੋਣਗੀਆਂ, ਤਿੰਨਾਂ ਨੇ ਰੈਜ਼ਿਗਨੇਸ਼ਨ ਡਿਮਾਂਡ ਕੀਤਾ। ਰੈਜ਼ਿਗਨੇਸ਼ਨ ਦੋ ਜਵਾਕੇ ਰਿਸਪੈਕਟ ਕਰਦੇ ਡਾਕਟਰਸ ਦੀ। ਦੂਜਾ, ਵੜਿੰਗ ਸਾਹਿਬ ਜਦੋਂ ਮਿਲਣ ਗਏ ਉੱਥੇ ਡਾਕਟਰ ਸਾਹਿਬ ਇਮੋਸ਼ਨਲ ਹੋਏ ਸੀਗੇ, ਅੱਖਾਂ ਭਰ ਲਿਆ ਸੀ ਉਹਨਾਂ ਨੇ, ਕਿਉਂਕਿ ਇਕਲੌਤਾ ਸਪਾਈਨ ਸਰਜਨ ਜਿਹੜਾ ਪੰਜਾਬ ਦਾ ਹੈਗਾ, ਰਿਨਾਊਂਡ ਹੈ, ਤੁਸੀਂ ਉਹਦੇ ਨਾਲ ਇਹ ਵਿਵਹਾਰ ਕਰੋਗੇ, ਦੂਜੇ ਦਾ ਕੀ ਬਣੂਗਾ। ਸੋ ਸਾਰੇ ਡਾਕਟਰਸ ਜੋ ਤੰਗ ਨੇ ਆਮ ਆਦਮੀ ਪਾਰਟੀ ਤੋਂ, ਦੇ ਸ਼ੁਡ ਵੋਇਸ देयर ओपिनियन। ਲਾਸਟ ਚੀਜ਼, 20,000 ਕਰੋੜ ਇਹ ਕਹਿੰਦੇ ਸੀ ਮਾਈਨਿੰਗ ਚੋਂ ਕੱਢ ਕੇ ਨਾ 20,000 ਕਰੋੜ ਕਹਿੰਦੇ ਸੀ ਅਸੀਂ ਤੁਹਾਨੂੰ ਦਵਾਂਗੇ। ਉਹ ਕਦੋਂ ਕੱਢੋਗੇ ਤੁਸੀਂ? ਕਦੋਂ ਮਾਈਨਿੰਗ ਹੋਊਗੀ? ਮੇਰੇ ਕੋਲ ਖਤਮ ਹੋਣ ਚੱਲਿਆ ਸਮਾਂ, ਮੈਨੂੰ ਜ਼ਰੂਰੀ ਹੈ, ਮੈਂ ਇੱਥੇ ਇੱਕ ਰਿਐਕਸ਼ਨ ਲੈਣਾ। ਮੈਂ ਡਾਕਟਰ ਆਰਐਸ ਬੇਦੀ ਦਾ ਇੱਕ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਸੰਘੇੜਾ ਸਾਹਿਬ ਤੁਸੀਂ ਫਾਈਨਲ ਰਿਐਕਸ਼ਨ ਦਿਓ। ਇਨਫੈਕਟ ਮੇਰਾ ਵੀ ਇੱਕ ਸਵਾਲ ਹੈ। ਡਾਕਟਰ ਸਾਹਿਬ, ਇੱਕ ਚੀਜ਼ ਸਮਝਣੀ ਚਾਹੁੰਦਾ ਤੁਹਾਡੇ ਤੋਂ, ਲਾਜ਼ਮੀ ਤੌਰ ਤੇ ਤੁਸੀਂ ਪੋਲੀਟੀਕਲ ਪਾਰਟੀ ਨੂੰ ਕਿਸੇ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ, ਪਰ ਇਹ ਸਿਸਟਮ ਇਹ 4 ਮਹੀਨੇ ਜਾਂ 4 ਸਾਲ ਜਾਂ ਮੈਂ ਕਹਾਂ ਕਿ ਪਿਛਲੇ 20-25 ਸਾਲ ਤੋਂ ਸੇਮ ਨਜ਼ਰ ਆਉਂਦਾ ਹੈ, ਜਾਂ ਤੁਹਾਨੂੰ ਲੱਗਦਾ ਕਿ ਕਿਤੇ ਉੱਚਾ ਨੀਵਾਂ ਹੋਇਆ ਜਾਂ ਸਥਿਤੀ ਕਿਤੇ ਵਿਗੜੀ ਜਾਂ ਸੁਧਰੀ? ਅਫਸੋਸ ਨਾਲ ਮੈਂ ਇਹ ਕਹੂੰਗਾ ਕਿ ਵਿਗੜਦੀ ਹੀ ਪਈ ਹੈ। ਅੱਜ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਕੁਝ ਸਾਲਾਂ ਵਿੱਚ ਇਹ ਸੁਧਾਰ ਨਹੀਂ ਵਾਲੇ ਪਾਸੇ ਨਹੀਂ ਗਈ, ਇਹ ਵਿਗੜਦੀ ਪਈ ਹੈ। ਮੇਰੀ ਇੱਕ ਬੇਨਤੀ ਹੈਗੀ ਹੈ ਕਿ ਇੱਕ ਤਾਂ ਸਿਸਟਮ ਦੇ ਨਾਲ ਚੱਲੀਏ। ਡਾਕਟਰ ਨੂੰ ਅਗਰ ਰਿਸਪੌਂਸਿਬਲ ਬਣਾਉਣਾ ਹੈ, ਉਹਦੀ ਰਿਸਪੌਂਸਿਬਿਲਿਟੀ ਉਹਨੂੰ ਦੇਣੀ ਹੈ, ਤੇ ਉਹਦੀ ਪਾਵਰ ਵੀ ਉਹਨੂੰ ਡੈਲੀਗੇਟ ਕਰੋ। ਪਾਵਰ ਜਿਹੜੀ ਹੈਗੀ ਹੈ ਬਿਊਰੋਕਰੇਟ ਦੇ ਹੱਥ ਵਿੱਚ ਹੈਗੀ ਹੈ, ਰਿਸਪੌਂਸਿਬਿਲਿਟੀ ਸਾਰੀ ਡਾਕਟਰਾਂ ਕੋਲ ਹੈਗੀ ਹੈ। ਇਹ ਕੰਮ ਹੋ ਹੀ ਨਹੀਂ ਸਕਦਾ। ਹੁਣ ਅਗਰ ਇਹਨਾਂ ਦੀ ਮਨਸ਼ਾ ਹੈਗੀ ਹੈ ਤੇ ਪਹਿਲਾਂ ਤੇ ਹੈਲਥ ਬਜਟ ਰਿਲੀਜ਼ ਹੋਏਗਾ, ਫੰਡਿੰਗ ਹੋਏਗੀ ਔਰ ਸਟ੍ਰੀਮਲਾਈਨ ਤਰੀਕੇ ਨਾਲ ਡਾਕਟਰ ਦੇ ਨਾਲ ਟੀਮ ਵਰਕ ਦੇ ਨਾਲ ਚੱਲਣਗੇ। ਔਰ ਅਗਰ ਇਹ ਸੁਧਾਰ ਫਰਮ ਗਰਾਊਂਡ ਲੈਵਲ ਤੋਂ ਥੱਲੜੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ, ਡਿਸਪੈਂਸਰੀਆਂ ਤੋਂ ਲੈ ਕੇ ਸਿਵਲ ਹਸਪਤਾਲ ਤੱਕ ਹੋਏਗਾ, ਜਦ ਤੱਕ ਇਹ ਸਾਰਾ ਕੁਝ ਇਹ ਸਾਰਾ ਗੁੱਡ ਗਵਰਨੈਂਸ ਦਾ ਪਾਰਟ ਹੈ। ਡਾਕਟਰ ਇਹਦਾ ਵਿੱਚ ਇਹਦਾ ਹਿੱਸਾ ਹੈ। ਦੇਖੋ, ਡਾਕਟਰ ਨੂੰ ਅਸੀਂ ਇੱਕ ਸਫਾਈ ਦੇ ਨਾਲ ਕਰ ਸਕਦੇ ਹਾਂ। ਸਫਾਈ ਦੇ ਹੱਥ ਵਿੱਚ ਜੇ ਬੰਦੂਕ ਹੀ ਨਹੀਂ ਹੋਏਗੀ, ਹਥਿਆਰ ਨਹੀਂ ਹੋਏਗਾ, ਉਹ ਲੜੇਗਾ ਕਿਵੇਂ? ਅੱਜ ਦਾ ਡਾਕਟਰ ਜਿਹੜਾ ਹੈਗਾ ਉਹ ਪੰਜਾਬ ਵਿੱਚ ਵੀ ਤੇ ਬਾਕੀ ਸਟੇਟ ਵਿੱਚ ਵੀ ਇਸ ਤਰ੍ਹਾਂ ਹੀ ਹੋਣ ਦੀ ਹਾਲਤ ਹੈ। ਔਰ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ, ਜਵਾਬ ਲੈਣਾ ਹੋਏਗਾ, ਚਾਹੇ ਸਰਕਾਰੀ ਹੋਏ ਚਾਹੇ ਗੈਰ ਸਰਕਾਰੀ ਡਾਕਟਰ ਹੋਏ, ਉਹ ਜਿਹੜੇ ਹੈਗਾ ਸਾਰੇ ਦੁਨੀਆ ਵਿੱਚ ਮਸ਼ਹੂਰ ਹੈ। ਅੱਜ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾ ਕੇ ਦੇਖ ਲਓ, ਇੰਡੀਅਨ ਡਾਕਟਰ ਨੂੰ ਉਹ ਪ੍ਰੈਫਰ ਕਰਦੇ ਨੇ ਇਲਾਜ ਕਰਾਉਣਾ। ਲਾਜ਼ਮੀ ਤੌਰ ਤੇ ਸਰ ਡਾਕਟਰਸ ਦੀ ਆਈਟੀ ਸੈਕਟਰ ਦੇ ਲੋਕਾਂ ਦੀ ਖੂਬ ਇਸ ਸਮੇਂ ਬੱਲੇ-ਬੱਲੇ ਪੂਰੀ ਦੁਨੀਆ ਦੇ ਵਿੱਚ ਹੈ। ਸਰ ਮੈਂ ਮਾਫੀ ਚਾਹੂੰਗਾ, ਮੈਂ ਸੰਘੇੜਾ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ। ਸੰਘੇੜਾ ਸਾਹਿਬ, ਤੁਸੀਂ ਸਾਰੇ ਦੇ ਉੱਪਰ ਇੱਕ ਰਿਐਕਸ਼ਨ ਦਿਓ। ਤੇ ਇਸ ਵਿਚਾਲੇ ਇਸ ਚੱਲਦੇ ਸ਼ੋਅ ਦੇ ਦੌਰਾਨ ਪੰਜਾਬ ਦੇ ਇੱਕ ਸੀਨੀਅਰ ਮੈਡੀਕਲ ਆਫੀਸਰ ਐਸਐਮਓ ਦਾ ਐਸਐਮਐਸ ਮੇਰੇ ਕੋਲ ਪਹੁੰਚਿਆ ਤੇ ਉਹ ਕਹਿ ਰਹੇ ਨੇ ਕਿ 4 ਮਹੀਨੇ ਤੋਂ ਕੋਈ ਆਯੁਸ਼ਮਾਨ ਪੇਮੈਂਟ ਹੈ ਉਹ ਨਹੀਂ ਆਈ, ਜਿਸ ਦੇ ਨਾਲ ਉਹ ਰੂਟੀਨ ਜਿਹੜੇ ਸਵੀਪਰਸ ਹੁੰਦੇ ਨੇ, ਸਫਾਈ ਕਰਮਚਾਰੀਆਂ ਦੀਆਂ ਜਿਹੜੀਆਂ ਪੇਮੈਂਟਸ ਜਾਂ ਤਨਖਾਹ ਦਿੰਦੇ ਨੇ, ਉਹ ਵੀ ਮੈਨੇਜ ਨਹੀਂ ਕਰ ਪਾ ਰਹੇ ਨੇ। ਮੈਨੂੰ ਜ਼ਰੂਰੀ ਹੈ, ਮੈਂ ਉਹਨਾਂ ਦਾ ਨਾਮ ਇੱਥੇ ਨਹੀਂ ਲਵਾਂਗਾ, ਪਰ ਉਹ ਮੈਸੇਜ ਆਇਆ ਤਾਂ ਮੈਨੂੰ ਜ਼ਰੂਰੀ ਹੈ ਕਿ ਮੈਂ ਤੁਹਾਡੇ ਸਾਹਮਣੇ ਰੱਖਾਂ। ਦੇਖੋ, ਇਹ ਐਗਜ਼ੈਕਟਲੀ ਤਾਂ ਮੈਨੂੰ ਇਹਦੀ ਅਪ ਟੂ ਡੇਟ ਇਨਫੋਰਮੇਸ਼ਨ ਨਹੀਂ ਪਤਾ, ਪਰ ਮੈਂ ਇਹ ਚੀਜ਼ ਸਰਕਾਰ ਤੱਕ ਪਹੁੰਚਾ ਦਾਂਗਾ ਔਰ ਉਸ ਚੀਜ਼ ਦਾ ਜਲਦੀ ਹੱਲ ਕਰ ਦਾਂਗੇ। ਬਾਕੀ ਮੈਂ ਓਵਰਆਲ ਇਹ ਕਹਿਣਾ ਚਾਹੁੰਦਾ ਵੀ ਖੜਿਆਲ ਸਾਹਿਬ ਨੂੰ ਇਹ ਗੱਲ ਤਾਂ ਯਾਦ ਆ ਗਈ ਕਿ ਐਸੋਸੀਏਸ਼ਨ ਨੇ ਮੰਗ ਕੀ ਕੀਤੀ ਆ। ਮੈਂ ਖੜਿਆਲ ਸਾਹਿਬ ਜਿਹੜੀ ਪੁੱਛਿਆ ਵੀ ਤੁਸੀਂ 15-15 ਹਜ਼ਾਰ ਤੇ ਡਾਕਟਰ ਵੀ ਰੱਖਣੇ ਸ਼ੁਰੂ ਕਰਤੇ। ਹਾਂਜੀ, ਆਪਣੀ ਸਰਕਾਰ ਦੌਰਾਨ ਵੀ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ। ਇੱਕ ਡਾਕਟਰ ਵੀ ਅੰਡਰਪੇਡ ਹੋ ਸਕਦਾ ਆ। ਅਸੀਂ ਤਾਂ ਕਹਿੰਦੇ ਆ ਜਿਹੜੀ ਗੱਲ ਆ ਅਸੀਂ ਸਿਸਟਮ ਸੁਧਾਰ ਕਰਨਾ ਹੈ। ਦੇਖੋ, ਆਪਾਂ ਪੋਲੀਟੀਕਲ ਤੋਂ ਅੱਗੇ ਵੱਧ ਕੇ ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਇਸ ਵਿਵਾਦ ਤੋਂ ਬਾਅਦ ਆਪਾਂ ਸਬਕ ਕੀ ਲਿਆ ਦੋਵੇਂ ਧਿਰਾਂ ਨੇ। ਉਮੀਦ ਕਰੀਏ ਕਿ ਅਗਲੇ 15 ਦਿਨ 20 ਦਿਨ ਚ 30 ਜੁਲਾਈ ਦਾ ਦਿਨ ਹੈ, ਮੈਂ ਉਮੀਦ ਕਰਾਂ ਕਿ 30 ਅਗਸਤ ਨੂੰ ਪੰਜਾਬ ਦੇ ਲੋਕ ਉਮੀਦ ਕਰਨ ਕਿ 30 ਅਗਸਤ ਨੂੰ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਗੱਦੇ ਚੇਂਜ ਹੋ ਚੁੱਕੇ ਹੋਣਗੇ। 1 ਮਹੀਨੇ ਬਾਅਦ ਆਪਾਂ ਉਮੀਦ ਕਰੀਏ। ਗੌਰਵ ਸ਼ੁਕਲਾ ਜੀ, ਗੱਦੇ ਚੇਂਜ ਹੋਣੇ ਤਾਂ ਬਹੁਤ ਛੋਟੀ ਗੱਲ ਆ, ਉਹ ਤਾਂ ਹੋਣਗੇ ਹੀ ਹੋਣਗੇ।
ਅਸੀਂ ਸਿਸਟਮ ਨੂੰ ਪੋਜ਼ਿਟਿਵ ਮੋੜਾ ਦੇਣ ਦੀ ਕੋਸ਼ਿਸ਼ ਬਦਲ ਕਰ ਰਹੇ ਹਾਂ, ਰਿਹਾ ਅਸੀਂ ਜੀ। ਪਲਾਨ ਕਰ ਰਹੇ ਹਾਂ ਬ- ਡੇ ਬਾਈ ਡੇ। ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਨਾ, ਮੇਰਾ ਡਾਕਟਰ ਸਾਹਿਬ ਜੀ ਪੂਰੀ ਨੇ ਤਨਖਾਹ ਦਿਓ ਕਿ ਡਾਕਟਰ ਅਸੀਂ ਉਹਨਾਂ ਨੇ ਨੂੰ, ਭਾਵੇਂ ਇਹ ਦਬਮੀ ਵੀ ਜੀਵ ਨਾਲ ਹੀ ਗੱਲ ਕਿਹਾ ਵੀ ਹੌਲੀ ਹੌਲੀ ਜਿਹੜੀ ਥੱਲੇ ਨੂੰ ਜਾ 15,000 ਰਿਹਾ ਦੇਵਾਂਗੇ। ਹੈ। ਮੈਂ 100% ਦੀ ਸਹਿਮਤ ਹਾਂ ਉਹਨਾਂ ਮੇਰਾ ਸਾਹਿਬ ਇਹ ਵੀ ਨਾਲ। comment ਅਸੀਂ ਕਰੋ ਇਹਨੂੰ ਕਿ ਮੋੜਾ ਦੇਣਾ ਹੈ, ਸਾਰਿਆਂ ਇੱਕ ਨੂੰ ਵਿਸ਼ੇਸ਼ ਤਨਖਾਹ ਦਿੱਤਾ ਜਾਵੇ ਸਰਕਲ, ਡਾਕਟਰ ਵਿਸ਼ੇਸ਼ ਸਰਕਲ ਆਫ ਪਾਵਰਟੀ ਹੈ ਇਕਨੋਮਿਕਸ ਦੇ ਵਿੱਚ। ਜੀ। ਇਹ ਵਿਸ਼ੇਸ਼ ਸਰਕਲ ਆਫ ਨੈਗੇਟਿਵਿਟੀ ਹੈ। ਸਿਸਟਮ ਜਿਹੜੇ ਮਾਫੀਆ ਪੈਦਾ ਹੋ ਠੀਕ ਗਿਆ, ਹੈ। ਹੋਰ ਹੋ ਗਿਆ। ਠੀਕ ਹੈ ਸਰ। ਅਸੀਂ ਇਹ ਵਿਸ਼ੇਸ਼ ਸਰਕਲ ਨੂੰ ਜੋ ਤੋੜ ਕੇ ਤੁਸੀਂ ਕਹਿ ਰਹੇ ਹੋ ਸਰ, ਮੈਂ ਮਾਫੀ ਚਾਹੂੰਗਾ, ਮੈਂ ਵਿਚਾਲੇ ਰੋਕ ਰਿਹਾ। ਉਮੀਦ ਹੈ ਸਰ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ, ਠੀਕ ਹੈ ਸਰ, ਜਿਹੜੀ ਤੁਸੀਂ ਕਹਿ ਰਹੇ ਹੋ, ਉਮੀਦ ਹੈ ਕਿ ਇਹ ਗਰਾਊਂਡ ਦੇ ਉੱਤੇ ਨਜ਼ਰ ਆਵੇ, ਹਸਪਤਾਲਾਂ ਦੇ ਵਿੱਚ ਨਜ਼ਰ ਆਵੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਾਜ ਆਪਣੇ ਕੋਲ ਇੰਨਾ ਹੀ ਸੀ, ਪਰ ਬਹੁਤ ਸੀਰੀਅਸ ਇਸ਼ੂ ਹੈ ਜਿਸ ਦੇ ਉੱਤੇ ਲਾਜ਼ਮੀ ਤੌਰ ਤੇ ਗੱਲਬਾਤ ਹੋਣੀ ਚਾਹੀਦੀ ਹੈ। ਇਹ ਪੂਰਾ ਮੁੱਦਾ ਬੇਸ਼ੱਕ ਇੱਕ ਵਿਵਾਦ ਤੋਂ ਸ਼ੁਰੂ ਹੋ ਕੇ ਸਭ ਦੀਆਂ ਨਜ਼ਰਾਂ ਦੇ ਵਿੱਚ ਪਹੁੰਚਿਆ, ਪਰ ਗੱਦੇ ਖਰਾਬ ਨੇ, ਆਪਾਂ ਇਹ ਨਾ ਭੁੱਲੀਏ। ਹਸਪਤਾਲਾਂ ਦੀ ਕੰਡੀਸ਼ਨ ਬਹੁਤ ਵਧੀਆ ਨਹੀਂ ਹੈ, ਆਪਾਂ ਇਹ ਨਾ ਭੁੱਲੀਏ। ਹਸਪਤਾਲਾਂ ਦੇ ਵਿੱਚ ਮਰੀਜ਼ ਤੇ ਮਰੀਜ਼ਾਂ ਦੇ ਰਿਸ਼ਤੇਦਾਰ ਪਰੇਸ਼ਾਨ ਹੋ ਰਹੇ ਨੇ, ਆਪਾਂ ਇਹ ਨਾ ਭੁੱਲੀਏ। ਵਿਵਾਦ ਅੱਗੇ ਕੀ ਰੂਪ ਲੈਂਦਾ ਹੈ ਉਸ ਦੇ ਉੱਤੇ ਨਜ਼ਰ ਰਹੇਗੀ, ਪਰ ਸੁਧਾਰ ਕਿੰਨਾ ਹੁੰਦਾ ਹੈ ਨਜ਼ਰ ਉਸ ਤੇ ਵੀ ਰੱਖਣੀ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।